ਸਤਿਨਾਮ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ। ਸ੍ਰੀ ਰਾਗ ਦੇ ਅੰਦਰੋਂ ਵਿਚਾਰ ਚੱਲ ਰਹੀ ਹੈ ਜੀ। ਇਹ ਪਹਿਲਾ ਰਾਗ ਹੈ। ਮਹੱਲਾ ਪਹਿਲਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਪਾਵਨ ਸ਼ਬਦ ਦੇ। ਘਰ ਚੌਥੇ ਰਾਗੀ ਸਿੰਘਾਂ ਨੂੰ ਹਦਾਇਤ ਹੈ ਭਾਈ ਇਹਨੂੰ ਚੌਥੇ ਘਰ ਦੇ ਅੰਦਰ ਗਾਉਣਾ ਹੈ। ਕੀਤਾ ਕਹਾ ਕਰੇ ਮਨ ਮਾਨ। ਮਹਾਰਾਜ ਕਹਿੰਦੇ ਹੈ ਮਨੁੱਖ ਰੱਬ ਦਾ ਪੈਦਾ ਕੀਤਾ ਹੈ ਤੇ ਗੱਲ ਕੇ ਮਾਣ ਕਿਸ ਗੱਲ ਦਾ ਕਰਦਾ ਹੈ। ਕੀਤਾ ਕਹਾ ਕਰੇ ਮਨ ਮਾਣ ਵੀ ਮਨੁੱਖ ਤੂੰ ਰੱਬ ਦਾ ਪੈਦਾ ਕੀਤਾ ਹੋਇਆ ਤੇ ਤੇਰੇ ਕੋਲ ਜੋ ਕੁਝ ਵੀ ਹੈ ਰੱਬ ਦਾ ਦਿੱਤਾ ਤੇ ਤੂੰ ਮਾਣ ਕਿਸ ਗੱਲ ਦਾ ਕਰਦਾ ਹੈ। ਗੁਰਮੁਖ ਅਸੀਂ ਕੁਝ ਵੀ ਨਾਲ ਲੈ ਕੇ ਨਹੀਂ ਆਉਂਦੇ ਆ। ਕਿਸੇ ਨੇ ਵੀ ਕੁਝ ਨਹੀਂ ਲਿਆਉਂਦਾ, ਇੱਥੋਂ ਹੀ ਪ੍ਰਾਪਤ ਹੋਣਾ ਤੇ ਇੱਥੇ ਹੀ ਛੱਡ ਜਾਣਾ। ਤੇ ਮਹਾਰਾਜ ਕਹਿੰਦੇ ਫਿਰ ਮਾਣ ਕਿਸ ਗੱਲ ਦਾ ਕਰਦਾ ਹੈ। ਇੱਥੇ ਸਾਡਾ ਕੁਝ ਵੀ ਨਹੀਂ ਹੈ ਗੁਰਮੁਖੋ। ਤਾਪ ਛੂਟੈ ਕਾਸ਼ ਸੰਗ ਨਾ ਚੱਲਦਾ ਤਾਂ ਬਾਹੀ ਲਪਟਾਈ। ਮਹਾਰਾਜ ਕਹਿੰਦੇ ਨਾ ਕੁਝ ਲੈ ਕੇ ਆਏ ਨਾ ਕੁਝ ਲੈ ਕੇ ਜਾਣਾ ਤੇ ਫਿਰ ਮਾਣ ਕਿਸ ਗੱਲ ਦਾ ਹੈ। ਉਹ ਬੰਦਾ ਸਿਆਣਾ ਨਹੀਂ ਹੁੰਦਾ ਜਿਹੜਾ ਕਿਸੇ ਤੇ ਦਿੱਤੇ ਤੇ ਮਾਣ ਕਰਦਾ ਹੈ। ਮੰਨ ਲਓ ਕਿਸੇ ਰਿਸ਼ਤੇਦਾਰ ਨੂੰ ਕੋਈ ਪਦਵੀ ਮਿਲ ਜਾਂਦੀ ਹੈ, ਮਿਲੀ ਦੂਸਰੇ ਨੂੰ ਹੈ, ਮੇਰਾ ਲੈਣ ਦੇਣ ਤੇ ਮਾਣ ਹੈ ਵੀ ਗੁਰੂ ਕਰੀ ਜਾਂਦਾ ਮੇਰਾ ਰਿਸ਼ਤੇਦਾਰ ਹੈ ਜੀ, ਮੇਰਾ ਫਲਾਣਾ ਹੈ ਜੀ, ਮੇਰਾ ਫਲਾਣਾ ਹੈ। ਮਹਾਰਾਜ ਕਹਿੰਦੇ ਬੰਦਿਆ ਤੇਰਾ ਇੱਥੇ ਕੁਝ ਵੀ ਨਹੀਂ ਹੈ। ਭਗਤੀ ਫਿਰ ਪੜ੍ਹਨੀ ਆਪਾਂ ਨੇ। ਭਗਤ ਕਬੀਰ ਜੀ ਨੇ ਇਹ ਭਗਤੀ ਪੜ੍ਹਨੀ ਨਹੀਂ ਹੈ, ਇਹ ਭਗਤੀ ਸਾਡੀ ਰੂਹ 'ਚ ਕਿਤੇ ਵੱਸ ਜੇ। ਭਗਤੀ ਨੂੰ ਅਸੀਂ ਕਮਾ ਸਕੀਏ ਫਿਰ ਗੁਰਮੁਖ ਨੂੰ ਇਸ ਭਗਤੀ ਦੇ ਅਰਥ ਵੀ ਸਾਨੂੰ ਸਮਝ ਆਉਣਗੇ। ਕਬੀਰ ਮੇਰਾ ਮੁਝ ਮੈਂ ਕੇਸ਼ ਨਹੀਂ, ਮੇਰਾ ਮੇਰੇ ਕੋਲ ਕੁਝ ਵੀ ਨਹੀਂ ਹੈ। ਕੀ ਸਾਡੇ ਅੰਦਰ ਇਹ ਵਿਚਾਰ ਹੈ ਸਾਰਿਆਂ ਦੇ ਅੰਦਰ ਵੀ ਮੇਰਾ ਮੇਰੇ ਕੋਲ ਕੁਝ ਵੀ ਨਹੀਂ ਹੈ। ਅਸੀਂ ਕੀ ਕਰਦੇ ਆ ਵੀ ਮੇਰਾ ਵੀ ਮੇਰਾ ਵੀ ਮੇਰਾ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਦ ਸੂਪ ਭੁਜੰਗ ਬੜਿਓ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬੰਦਿਆ ਮੇਰੀ ਮੇਰੀ ਕਿਆ ਕਰੈ, ਮੇਰੀ ਮੇਰੀ ਕੀ ਕਰਦਾ। ਜਿਨ ਦੀਆ ਸੋ ਪ੍ਰਭ ਲੋੜ, ਜਿਹਨੇ ਤੈਨੂੰ ਸਭ ਕੁਝ ਦਿੱਤਾ ਉਹਨੂੰ ਚੇਤੇ ਕਰ। ਤੇਰਾ ਕੁਝ ਵੀ ਨਹੀਂ ਹੈ। ਬਹੁਤ ਕੁਝ ਬਿਨਾਂ ਮੰਗਿਆ ਤੂੰ ਨੇ ਦੇ ਦਿੱਤਾ, ਬਹੁਤ ਕੁਝ ਅਸੀਂ ਮੰਗ ਕੇ ਪ੍ਰਾਪਤ ਕੀਤਾ ਤੇ ਮੰਗੇ ਹੋਏ ਦਾ ਮਾਣ ਕਰੀ ਬੈਠੇ ਆ। ਸਾਡਾ ਤੇ ਹੈ ਹੀ ਕੁਝ ਨਹੀਂ ਹੈ। ਕਿਸੇ ਤੋਂ ਲਿਆ ਹੀ ਤੇ ਉਹਨੇ ਵਾਪਸ ਲੈ ਲਿਆ ਤੇ ਸਾਡੇ ਕੋਲ ਰਿਹਾ ਤੇ ਸਿਰਫ ਇੱਕ ਮਾਣ ਹੀ, ਹੋਰ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਸਾਡਾ ਇੱਥੇ ਕੁਝ ਵੀ ਨਹੀਂ ਹੈ। ਜੋ ਕੁਛ ਹੈ ਸੋ ਤੇਰਾ। ਇਹ ਵਿਚਾਰ ਸਾਡੇ ਅੰਦਰ ਹੋਣੀ ਚਾਹੀਦੀ ਵੀ ਮੇਰੇ ਕੋਲ ਜੋ ਕੁਝ ਵੀ ਹੈ ਨਾ ਵਾਹਿਗੁਰੂ ਤੇਰਾ ਹੀ ਬਖਸ਼ਿਆ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ, ਤੇਰਾ ਤੈਨੂੰ ਸੌਂਪ ਕੇ ਮੇਰਾ ਲੱਗਦਾ ਹੀ ਕੁਝ ਨਹੀਂ। ਦਾਸ ਨੇ ਸ਼ਾਇਦ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ, ਫਿਰ ਇੱਕ ਵੀ ਜਿਹੜੇ ਰੱਬ ਦੀਆਂ ਦਾਤਾਂ ਨੂੰ ਰੱਬ ਦੀਆਂ ਦਾਤਾਂ ਹੀ ਮੰਨਦੇ ਆ, ਉਹ ਕਹਿੰਦੇ ਮੇਰਾ ਕੁਝ ਹੈ ਹੀ ਨਹੀਂ ਹੈ। ਮਹਾਰਾਜ ਨੇ ਘੋੜੇ ਖਰੀਦਣੇ ਸੀ ਕਾਬੁਲ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਕਿਉਂਕਿ ਸ਼ਸਤਰ ਤੇ ਘੋੜੇ ਮਹਾਰਾਜ ਸਿੱਖਾਂ ਨੂੰ ਵੀ ਕਹਿੰਦੇ ਵੀ ਭੇਟਾ ਕਰੋ। ਮਹਾਰਾਜ ਨੇ ਪੰਜ ਸਿੱਖਾਂ ਨੂੰ ਕਿਹਾ ਵੀ ਤੁਸੀਂ ਕਾਬਲ ਤੋਂ ਨਾ, ਕਾਬਲ 'ਚ ਬਹੁਤ ਵੱਡੀ ਮੰਡੀ ਲੱਗਦੀ ਸੀ ਘੋੜਿਆਂ ਦੀ, ਸ਼ਾਇਦ ਅੱਜ ਵੀ ਲੱਗਦੀ ਹੋਵੇ। ਚਲੋ ਹੁਣ ਤੇ ਘੋੜੇ ਖਰੀਦਣ ਵਾਲੇ ਘੱਟ ਰਹੇ ਗਏ, ਉਦੋਂ ਸਾਰੇ ਘੋੜਿਆਂ ਦੀ ਸਵਾਰੀ ਕਰਦੇ ਹਨ। ਮਹਾਰਾਜ ਨੇ ਬਚਨ ਕਹਿ ਕੇ ਤੇ ਭਾਈ ਵੀ ਪੰਜ ਸਿੱਖ ਜਾਓ ਤੇ ਕਾਬਲ 'ਚੋਂ ਘੋੜੇ ਚੰਗੇ ਖਰੀਦ ਕੇ ਲਿਆਓ। ਉਹ ਜਿਹੜੇ ਸਿੱਖਾਂ ਨੂੰ ਮਹਾਰਾਜ ਨੇ ਸੇਵਾ ਬਖਸ਼ੀ ਨਾ, ਉਹ ਕਹਿੰਦੇ ਮਹਾਰਾਜ ਅਸੀਂ ਤੇ ਕਾਬਲ ਬਾਰੇ ਜਾਣਦੇ ਹੀ ਕੁਝ ਨਹੀਂ ਹੈ, ਹਾਂ ਤੇ ਮੰਡੀ ਦਾ ਭੇਦ ਹੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਐਂ ਕਰੋ, ਰਸਤੇ ਨਾਲ ਇੱਕ ਬਲਕ ਬੁਖਾਰਾ ਹੁੰਦਾ ਕਿ ਉੱਥੇ ਇੱਕ ਸਾਡਾ ਨਾ ਸਿੱਖ ਰਹਿੰਦਾ ਭਾਈ ਵਸਾਵਾ ਸਿੰਘ, ਕਹਿੰਦੇ ਉਹਨੂੰ ਨਾਲ ਲੈ ਜਾਓ, ਉਹ ਇਲਾਕੇ ਦਾ ਵਾਗ ਮੈਂ ਮੰਡੀ ਤੋਂ ਜਾਣੂਗਾ, ਉਹਨੂੰ ਨਾਲ ਲੈ ਜਾਓ ਤੇ ਕਾਰਜ ਕਰਕੇ ਜਲਦੀ ਵਾਪਸ ਆਇਓ। ਮਹਾਰਾਜ ਸਤ ਬਚਨ ਆ। ਉਹ ਪੰਜ ਸਿੱਖ ਚੱਲੇ ਤੇ ਉਹ ਚਲੇ ਗਏ ਬਲਕ ਬੁਖਾਰੇ ਭਾਈ ਵਸਾਵਾ ਸਿੰਘ ਦੇ ਘਰੇ ਜਾ ਕੇ ਕਹਿੰਦੇ ਭਾਈ ਸਾਹਿਬ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ। ਬੜਾ ਪ੍ਰਸੰਨ ਹੋਇਆ, ਕਹਿੰਦਾ ਰੋਜ਼ ਹੀ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਸ਼ੁਕਰ ਹੈ। ਗੁਰੂ ਸਾਹਿਬ ਦੇ ਦਰਸ਼ਨ ਨੇ, ਗੁਰੂ ਕੇ ਸਿੱਖਾਂ ਦੇ ਦਰਸ਼ਨ ਉਹ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚੋਂ ਆਏ ਹੋ। ਉਹਨੇ ਬੜੀ ਸੇਵਾ ਕੀਤੀ ਤੇ ਅਗਲੀ ਗੱਲ ਕਹੀ ਸਿੱਖਾਂ ਨੇ, ਕਹਿੰਦੇ ਭਾਈ ਸਾਹਿਬ ਜੀ
ਕੁਝ ਦਿਨ ਤੁਹਾਨੂੰ ਸਾਡੇ ਨਾਲ ਜਾਣਾ ਪਏਗਾ। ਮਹਾਰਾਜ ਨੇ ਤੁਹਾਡੀ ਸੇਵਾ ਲਾਈ ਹੈ ਵੀ ਕਾਬਲ ਤੋਂ ਘੋੜੇ ਖਰੀਦਣੇ ਆ ਤੇ ਤੁਸੀਂ ਇਸ ਇਲਾਕੇ ਦੇ ਵਾਕਫ ਹੋ, ਮੰਡੀ ਬਾਰੇ ਤੁਹਾਨੂੰ ਜਾਣਕਾਰੀ ਤੇ ਸਾਡੇ ਨਾਲ ਚੱਲਣਾ ਪਏਗਾ ਔਰ ਜਲਦੀ ਅਸੀਂ ਘੋੜੇ ਲੈ ਕੇ ਵਾਪਸ ਜਾਣਾ। ਉਹ ਬਲਕ ਬਖਾਰੇ ਵਾਲਾ ਸਿੱਖ ਭਾਈ ਵਸਾਵਾ ਸਿੰਘ ਕਹਿੰਦਾ ਜੀ ਮੇਰੇ ਵੱਡੇ ਭਾਗ ਨੇ ਜੋ ਮਹਾਰਾਜ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ। ਉਹ ਜਦੋਂ ਚੱਲਣ ਲੱਗਦਾ ਨਾ ਸਵੇਰੇ ਤੇ ਉਹਦਾ ਇੱਕ ਹੀ ਬੱਚਾ ਸੀ ਤੇ ਉਹ ਬੜਾ ਬਿਮਾਰ ਹੈ, ਕੁਝ ਦਿਨਾਂ ਤੋਂ ਬਿਮਾਰ ਚੱਲਦਾ ਹੈ ਔਰ ਕਾਫੀ ਬਿਮਾਰ ਹੈ। ਜਦੋਂ ਚੱਲਣ ਲੱਗੇ ਇਹਨਾਂ ਦੇ ਘਰ ਵਾਲੀ ਨੇ ਇੱਕ ਗੱਲ ਕਹੀ, ਕਹਿੰਦੀ ਜੀ ਤੁਸੀਂ ਬਿਮਾਰ ਬੱਚੇ ਨੂੰ ਛੱਡ ਕੇ ਤੁਰ ਚੱਲੇ ਹੋ ਤੇ ਜੇ ਪਿੱਛੋਂ ਕੋਈ ਭਾਣਾ ਵਾਪਰ ਗਿਆ ਤਾਂ ਉਹ ਕਹਿੰਦਾ ਇਹ ਤੇ ਫਿਰ ਗੁਰੂ ਤੇ ਰੱਬ ਦੀ ਰਜ਼ਾ ਹੋਏਗੀ, ਜੇ ਕੁਝ ਹੋਏਗਾ ਤੇ ਗੁਰੂ ਸਾਹਿਬ ਦਾ ਹੁਕਮ ਹੈ ਔਰ ਹੁਕਮ ਮੈਂ ਮੋੜ ਨਹੀਂ ਸਕਦਾ। ਪਹਿਲਾਂ ਗੁਰੂ ਸਾਹਿਬ ਦੀ ਸੇਵਾ ਇਹ ਦਾਤਾਂ ਉਹਦੀਆਂ ਦਿੱਤੀਆਂ ਹੋਈਆਂ, ਜੇ ਉਹਦੀ ਸੇਵਾ 'ਚ ਹਾਜ਼ਰ ਰਹਾਂਗੇ ਸ਼ਾਇਦ ਉਹ ਕਿਰਪਾ ਕਰੇ। ਉਹ ਘਰ ਵਾਲੀ ਵੀ ਹੁਣ ਬੜੇ ਭਾਣੇ 'ਚ ਚੱਲਣ ਕਹਿੰਦੀ ਜੀ ਠੀਕ ਹੈ। ਉਹ ਆਪਣੇ ਬਿਮਾਰ ਬੱਚੇ ਨੂੰ ਛੱਡ ਕੇ ਚੱਲਿਆ ਨਾਲ। ਇੱਕ ਰਾਤ ਰਸਤੇ 'ਚ ਰੁਕੇ, ਅਗਲੀ ਰਾਤ ਸ਼ਾਮ ਤੱਕ ਇੱਕ ਬੰਦਾ ਪਿੱਛੋਂ ਘੋੜੇ 'ਤੇ ਤੇਜ਼ ਦੌੜਦਾ ਜਾਂਦਾ ਹੈ। ਉਹ ਭਾਈ ਵਸਾਵਾ ਸਿੰਘ ਨੂੰ ਜਾ ਕੇ ਕਹਿੰਦਾ ਭਾਈ ਸਾਹਿਬ ਜੀ ਤੁਹਾਡੇ ਘਰ ਵਾਲਿਆਂ ਨੇ ਭੇਜਿਆ, ਤੁਹਾਡਾ ਜਿਹੜਾ ਬਿਮਾਰ ਬੱਚਾ ਨਾ ਉਹ ਚੜ੍ਹਾਈ ਕਰ ਗਿਆ ਤੇ ਉਹਦਾ ਸੰਸਕਾਰ ਕਰਨਾ ਤੇ ਤੁਹਾਨੂੰ ਉਡੀਕ ਰਿਹਾ ਪਰਿਵਾਰ, ਤੇ ਹੁਣ ਵਾਪਸ ਮੁੜ ਨਹੀਂ ਸਕਦਾ। ਉਹਨੇ ਅੱਗੋਂ ਬੋਲ ਕੇ ਉਸ ਘੋੜੇ ਵਾਲੇ ਨੂੰ ਜਿਹੜਾ ਸੁਣਿਆ ਲੈ ਕੇ ਗਿਆ, ਕਹਿੰਦਾ ਵੀ ਘਰਦਿਆਂ ਨੂੰ ਕਹੋ ਵੀ ਉਹਦਾ ਭਾਣਾ ਉਹਦਾ ਹੁਕਮ ਸੀ, ਉਹਦੀ ਰਜ਼ਾ ਹੈ, ਜਿਹੜਾ ਚੜ੍ਹਾਈ ਕਰ ਗਿਆ ਹੁਣ ਸਾਡੇ ਜਾਣ ਨਾਲ ਕੁਝ ਨਹੀਂ ਹੋਏਗਾ। ਬਾਲਣ ਤੋਂ ਪਿੰਡ ਚੋਂ ਇਕੱਠਾ ਕਰਦੇ ਹਨ ਵੀ ਬਾਲਣ ਤੇ ਇਕੱਠਾ ਹੋਇਆ ਹੈਗਾ ਵੀ ਜਾ ਕੇ ਸੰਸਕਾਰ ਕਰ ਦਿਓ, ਗੁਰੂ ਸਾਹਿਬ ਦਾ ਹੁਕਮ ਪੈਂਦਾ ਹੈ, ਗੁਰੂ ਸਾਹਿਬ ਦੀ ਸੇਵਾ 'ਚ ਮੈਂ ਹਾਜ਼ਰ ਰਹਿਣਾ ਚਾਹੁੰਦਾ। ਤੁਸੀਂ ਜਾ ਕੇ ਕਹਿੰਦੇ ਜੀ ਬੜੀ ਮੁਸ਼ਕਿਲ ਹੋਏਗੀ ਤੁਹਾਡੇ ਤੋਂ ਬਗੈਰ ਪੁੱਤਰ ਦਾ ਸੰਸਕਾਰ ਤੇ ਤੁਹਾਨੂੰ ਕਰਨਾ ਚਾਹੀਦਾ ਹੈ। ਉਸ ਸਿੱਖ ਨੂੰ ਕਹਿੰਦਾ ਕੋਈ ਨਹੀਂ, ਮੇਰੇ ਘਰ ਵਾਲੇ ਭਾਣੇ 'ਚ ਰਹਿਣ ਵਾਲੇ ਹੈ, ਤੁਸੀਂ ਜਾ ਕੇ ਸੰਸਕਾਰ ਕਰ ਦਿਓ। ਉਹ ਸੰਸਕਾਰ ਕਰ ਦਿੱਤਾ ਜੀ। ਇਹਨਾਂ ਨੇ ਘੋੜੇ ਖਰੀਦੇ। ਉਹ ਭਾਈ ਵਸਾਵਾ ਸਿੰਘ ਕਹਿੰਦੇ ਹੁਣ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੈਂ ਘਰੇ ਜਾਵਾਂਗਾ। ਜਦੋਂ ਸਾਰੇ ਘੋੜੇ ਲੈ ਕੇ ਸਿੱਖ ਮਹਾਰਾਜ ਦੀ ਹਜ਼ੂਰੀ 'ਚ ਆਏ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਤੇ ਮਹਾਰਾਜ ਨੇ ਪੁੱਛਿਆ ਕਹਿੰਦੇ ਵਧੀਆ ਘੋੜੇ ਮਿਲ ਗਏ? ਹਾਂ ਮਹਾਰਾਜ। ਮਹਾਰਾਜ ਨੇ ਕਿਹਾ ਰਸਤੇ 'ਚ ਕੋਈ ਮੁਸ਼ਕਲ? ਤੇ ਉਹ ਦੂਸਰੇ ਸਿੱਖਾਂ ਨੇ ਦੱਸਿਆ, ਇਹਨੇ ਆਪ ਨਹੀਂ ਦੱਸਿਆ ਮਹਾਰਾਜ ਆਹ ਭਾਣਾ ਵਾਪਰ ਗਿਆ ਹੈ। ਦੂਸਰੇ ਸਿੱਖ ਕਹਿੰਦੇ ਮਹਾਰਾਜ ਵੀ ਅਸੀਂ ਜਦੋਂ ਬਲਕ ਬਖਾਰੇ ਤੋਂ ਚੱਲੇ ਨਾ ਤੇ ਭਾਈ ਵਸਾਵਾ ਸਿੰਘ ਹੈ ਜਿਨ੍ਹਾਂ ਨੂੰ ਤੁਸੀਂ ਕਿਹਾ ਵੀ ਨਾਲ ਲੈ ਕੇ ਜਾਣਾ ਹੈ, ਤੇ ਮਹਾਰਾਜ ਅਸੀਂ 2 ਰਾਤਾਂ ਦੂਸਰੀ ਰਾਤ ਕਿਤੇ ਰੁਕਣ ਲੱਗੇ ਹਾਂ ਤੇ ਪਿੱਛੋਂ ਸਿੜਿਆ ਮਿਲ ਗਿਆ ਵੀ ਇਹਦਾ ਇੱਕ ਬੱਚਾ ਸੀ ਉਹ ਚੜ੍ਹਾਈ ਕਰ ਗਿਆ। ਤੇ ਪਰ ਇਹ ਭਾਈ ਸਾਹਿਬ ਜੀ ਵਾਪਸ ਨਹੀਂ ਮੁੜੇ। ਇਹ ਕਹਿੰਦੇ ਹਨ ਪਹਿਲਾਂ ਘੋੜੇ ਖਰੀਦਾਂਗੇ, ਗੁਰੂ ਸਾਹਿਬ ਦੀ ਸੇਵਾ ਬਾਅਦ 'ਚੋਂ। ਉਹ ਮਹਾਰਾਜ ਬੱਚੇ ਦਾ ਸੰਸਕਾਰ ਵੀ ਘਰ ਵਾਲਿਆਂ ਨੇ ਕੀਤਾ। ਇਹ ਵਾਪਸ ਨਹੀਂ ਗਿਆ ਤੇ ਮਹਾਰਾਜ ਆਪਣੇ ਸਿੰਘਾਸਨਾਂ ਤੋਂ ਉੱਠੇ। ਉਸ ਵਸਾਵਾ ਸਿੰਘ ਨੂੰ ਆਪਣੀ ਬੁੱਕਲ 'ਚ ਲੈ ਕੇ ਕਹਿੰਦੇ ਜੇ ਗੁਰੂ ਦੇ ਭਾਣੇ 'ਚ ਰੱਬ ਦੀ ਰਜ਼ਾ 'ਚ ਤੂੰ ਰਾਜ਼ੀ ਹੈ ਨਾ, ਗਿਆ ਤੇ ਇੱਕ ਹੈ। ਮਹਾਰਾਜ ਕਹਿੰਦੇ ਗੁਰੂ ਤੈਨੂੰ 2 ਬਖਸ਼ਿਸ਼ ਕਰਨਗੇ, 2 ਪੁੱਤਰਾਂ ਦਾ ਸੁੱਖ ਤੂੰ ਮਾਣੇਗਾ। ਇੱਥੇ ਜਿਹੜੇ ਬੋਲ ਨੇ ਉੱਥੇ ਮਹਾਰਾਜ ਨੇ ਫਿਰ ਪੁੱਛਿਆ, ਕਹਿਣ ਲੱਗੇ ਤੇਰਾ ਇੱਕ ਹੀ ਤੇ ਪੁੱਤ ਸੀ ਉਹ ਚੜ੍ਹਾਈ ਕਰ ਗਿਆ, ਤੈਨੂੰ ਰਤੀ ਭਰ ਵੀ ਉਹਦਾ ਦੁੱਖ ਨਹੀਂ ਲੱਗਾ। ਮਹਾਰਾਜ ਨੇ ਸਿੱਖ ਨੂੰ ਪੁੱਛਿਆ ਅਵਸਥਾ ਵੇਖਣੀ ਚਾਹੁੰਦੇ ਹਨ। ਤੇ ਅੱਗੋਂ ਭਾਈ ਵਸਾਵਾ ਸਿੰਘ ਕਹਿੰਦਾ ਜਾਂ ਮਹਾਰਾਜ ਜੇ ਮੇਰਾ ਹੁੰਦਾ ਤੇ ਮੈਨੂੰ ਦੁੱਖ ਲੱਗਦਾ, ਤੁਹਾਡਾ ਹੀ ਸੀ, ਤੁਸੀਂ ਵਾਪਸ ਸੱਦ ਲਿਆ, ਮੇਰਾ ਤੇ ਉਹਦੇ ਵਿੱਚ ਹੈ ਹੀ ਕੁਝ ਨਹੀਂ, ਤੁਸੀਂ ਦਿੱਤਾ ਹੀ, ਤੁਹਾਡੀ ਬੁੱਕਲ 'ਚ ਉਹ ਚਲਾ ਗਿਆ। ਜੇ ਮੇਰਾ ਹੁੰਦਾ ਤੇ ਮੈਂ ਰੋਂਦਾ ਨਾ, ਜੇ ਮੇਰਾ ਹੁੰਦਾ ਤੇ ਮੈਂ ਕੁਝ ਵਿਰਾਗ ਕਰਦਾ ਨਾ। ਇੱਥੇ ਜਿਹੜੇ ਬੋਲ ਨੇ ਕੀਤਾ ਕਹਾ ਕਰੈ ਬੜ ਪਾਣ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਾਡੇ ਕੋਲ ਜੋ ਦਾਤਾਂ ਸਤਿਗੁਰੂ ਤੇਰੀਆਂ ਬਖਸ਼ਿਸ਼ ਕੀਤੀਆਂ, ਤੇਰੇ ਕੀਤੇ ਦਾ ਹੀ ਕੀ ਮਾਣ ਕਰਨਾ ਹੈ। ਜਿਹੜਾ ਦਾਨ ਹੈ ਉਹ ਦੇਵਨਹਾਰੇ ਦੇ ਹੱਥ 'ਚ ਹੈ। ਦਾਤਾਂ ਦੀ ਉਹਨੇ ਵੰਡ ਕੀਤੀ ਹੋਈ ਹੈ ਜੀ, ਸਾਰਿਆਂ ਕੋਲ ਇੱਕੋ ਜਿਹੀਆਂ ਦਾਤਾਂ ਨਹੀਂ ਹੈ। ਦਾਨ ਦਾਤੇ ਦੇ ਹੱਥ 'ਚ ਹੈ। ਸ਼ਬਦ ਬਹੁਤ ਵਾਰੀ ਪੜ੍ਹੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ, ਹਾਰ ਦਿੰਦੇ ਟੋਟ ਨਾ ਆਵਈ, ਗੰਤ ਭਰੇ ਭੰਡਾਰ। ਜਾਂ ਹੋਰ ਵੀ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਪੜ੍ਹਦੇ ਆ ਵੀ ਵਾਹਿਗੁਰੂ ਨੇ ਸਾਰੀਆਂ ਦਾਤਾਂ ਸਾਨੂੰ ਦਿੱਤੀਆਂ ਤੇ ਉਹਨੇ ਦਾਤਾਂ ਦੀ ਵੰਡ ਕੀਤੀ ਹੋਈ ਹੈ। ਇਹ ਦਾਤਾਂ ਦੀ ਵੰਡ ਦਾਤੇ ਦੇ ਹੱਥ 'ਚ ਹੈ। ਉਹਦੇ ਕੋਲ ਸਭ ਕੁਝ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੀਰੈ, ਘਰ ਦਾ ਤੀਰੈ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਪਰ ਜਦੋਂ ਆਪਾਂ ਸੰਸਾਰ ਵੱਲ ਵੇਖਦੇ, ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ, ਸਾਡੇ ਦਾਤਾਂ ਦੀ ਵੰਡ ਹੈ।
ਕਈ ਤੇ ਪ੍ਰਸ਼ਾਦੇ ਤੋਂ ਵੀ ਆਜ ਨੇ, ਉਹਨਾਂ ਨੂੰ ਪ੍ਰਸ਼ਾਦਾ ਵੀ ਨਹੀਂ, ਤੇ ਕਈਆਂ ਨੂੰ ਇੰਨੇ ਕੁ ਪਦਾਰਥ ਵਾਹਿਗੁਰੂ ਨੇ ਦਿੱਤੇ ਨੇ, ਉਹ ਕਬਹੂ ਖੀਰ ਖੰਡ ਘਿਓ ਨਾ ਭਾਵੇਂ, ਖੀਰ ਖੰਡ ਘਿਓ ਨੂੰ ਵੀ ਨੱਕ ਬੁੱਲ ਵੱਟਦੇ ਆ, ਤੇ ਕਈਆਂ ਕੋਲ ਸ਼ਕਲ ਨਹੀਂ, ਪ੍ਰਸ਼ਾਦਾ ਵੀ ਨਹੀਂ। ਇਹ ਸਾਡੇ ਕਰਮਾਂ ਅਨੁਸਾਰ ਉਹਨੇ ਵੰਡ ਕੀਤੀ ਹੋਈ ਹੈ। ਜਿਹੜੀ ਚੀਜ਼ ਅਸੀਂ ਪਾਉਣ ਦੇ ਹੱਕਦਾਰ ਹੈ ਤਾਂ ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ। ਦਾਨ ਦਾਤੇ ਦੇ ਹੱਥ 'ਚ ਹੈ, ਵੰਡ ਉਹਨੇ ਆਪ ਕੀਤੀ ਹੈ, ਉਹ ਸਾਰਿਆਂ ਨੂੰ ਦੇ ਰਿਹਾ, ਕਿਸੇ ਨੂੰ ਬਹੁਤਾ ਤੇ ਕਿਸੇ ਨੂੰ ਥੋੜਾ ਜੀ। ਭਾਵੈ ਦੇ ਨਾ ਦੇਈ ਸੋਏ। ਮਹਾਰਾਜ ਕਹਿੰਦੇ ਭਾਵੇਂ ਤੇ ਉਹ ਦੇ ਦੇ ਤੇ ਭਾਵੇਂ ਨਾ ਦੇ, ਇਹ ਤੇ ਉਹਦੇ ਹੱਥ ਹੈ ਨਾ, ਕਿਸੇ ਨੂੰ ਕੀ ਦੇਣਾ ਹੈ ਜਾਂ ਨਹੀਂ ਦੇਣਾ ਹੈ। ਬਹੁਤਿਆਂ ਕੋਲ ਬਹੁਤ ਕੁਝ ਹੈ, ਬਹੁਤਿਆਂ ਕੋਲ ਕੁਝ ਵੀ ਨਹੀਂ ਹੈ। ਤੇ ਮਾਫ ਕਰਨਾ, ਜਿਨ੍ਹਾਂ ਕੋਲ ਬਹੁਤਾ ਕੁਝ, ਬਹੁਤੇ ਨਾਸਤਿਕ ਵੀ ਹੁੰਦੇ ਨੇ, ਜਿਨ੍ਹਾਂ ਕੋਲ ਥੋੜਾ ਕੁਝ, ਉਹ ਰੱਬ ਦੀ ਰਜ਼ਾ 'ਚ ਤੇ ਹੁਕਮ 'ਚ ਵੀ ਚੱਲਣ ਵਾਲੇ ਹੁੰਦੇ ਆ। ਇਸ ਗੱਲ ਦੀ ਕਿਤੇ ਨਾ ਕਿਤੇ ਜਪਣ ਵਾਲਿਆਂ ਨੂੰ ਨਾਰਾਜ਼ਗੀ ਵੀ ਹੁੰਦੀ ਹੈ ਵੀ ਅਸੀਂ ਤਾਂ ਰੋਜ਼ ਗੁਰਦੁਆਰੇ ਆਉਂਦੇ ਹਾਂ, ਅਸੀਂ ਤਾਂ ਬੜਾ ਨਾਮ ਜਪਦੇ ਆ, ਸਾਡੇ ਕੋਲ ਉਹ ਸਹੂਲਤਾਂ ਨੇ ਜਿਹੜੀਆਂ ਗਵਾਂਢੀ ਕੋਲ ਨੇ, ਔਰ ਗਵਾਂਢੀ ਦੇ ਗੁਰਦੁਆਰੇ ਵੀ ਮੱਥਾ ਟੇਕਣ ਨਹੀਂ ਜਾਂਦਾ ਹੈ। ਕਿਤੇ ਨਾ ਕਿਤੇ ਸਾਡੀ ਇਹ ਨਾਰਾਜ਼ਗੀ ਹੁੰਦੀ ਹੈ ਵੀ ਮੈਂ ਤਾਂ ਗੁਰੂ ਸਾਹਿਬ ਨੂੰ ਬੜਾ ਮੰਨਦਾ, ਮੈਂ ਤੇ ਨਿਤਨੇਮ ਵੀ ਬੜਾ, ਮੈਂ ਤੇ ਰੱਬ ਨੂੰ ਬੜਾ ਜਪਣ ਵਾਲਾ, ਸਹੂਲਤਾਂ ਦੂਸਰੇ ਕੋਲ ਜਾਂਦੀਆਂ ਕਿਉਂ ਹੈ? ਇਹ ਕਿਤੇ ਨਾ ਕਿਤੇ ਮਹਾਰਾਜ ਕਹਿੰਦੇ ਭਾਵੇਂ ਦੇ ਨਾ ਦੇਈ ਸੋਏ, ਭਾਵੇਂ ਉਹ ਕਿਸੇ ਨੂੰ ਦੇ ਦੇ ਤੇ ਭਾਵੇਂ ਨਾ ਦੇਵੇ, ਰੱਬ ਦੀ ਮਰਜ਼ੀ ਹੈ। ਸੁਖਮਨੀ ਸਾਹਿਬ ਦੀ ਬਾਣੀ 'ਚੋਂ ਬਹੁਤ ਵਾਰੀ ਪੰਕਤੀਆਂ ਆਪ ਜੀ ਪੜ੍ਹਦੇ ਹੋ ਜਦੋਂ ਕਿਤੇ ਪਾਠ ਕਰਦੇ ਹੋ। 10 ਵਸਤੂ ਲੈ ਪਾਛੇ ਭਾਵੈ, ਕਹਿੰਦੇ 10 ਵਸਤੂਆਂ ਰੱਬ ਨੇ ਦਿੱਤੀਆਂ ਤੇ 11ਵੀਂ ਮੰਗੀ ਤੇ ਨਹੀਂ ਮਿਲੀ। ਉਹ 10 ਵਸਤੂਆਂ ਦਾ ਹੁਣ ਧੰਨਵਾਦ ਨਹੀਂ ਹੈ, 11ਵੀਂ ਵਸਤੂ ਨਹੀਂ ਮਿਲੀ, ਉਹਦੀ ਨਾਰਾਜ਼ਗੀ ਹੈ ਗੁਰੂ ਸਾਹਿਬ ਦੇ ਨਾਲ ਜਾਂ ਰੱਬ ਦੇ ਨਾਲ ਵੀ। ਐਸਾ ਹੁੰਦਾ ਨਾ ਕਈ ਵਾਰੀ, ਜੋ ਸਾਡੇ ਕੋਲ ਹੈ ਉਹਦਾ ਸ਼ੁਕਰਾਨਾ ਨਹੀਂ, ਜੋ ਨਹੀਂ ਮਿਲਿਆ ਉਹਦਾ ਲਾਮਾ ਹੈ। ਬਹੁਤੇ ਤੁਹਾਨੂੰ ਇਹੀ ਮਿਲਣਗੇ, ਅਰਦਾਸ ਕਰਦੇ ਹਾਂ ਜੇ ਇੰਨੇ ਦਿਨ ਹੋ ਗਏ ਦਾਤ ਨਹੀਂ ਮਿਲੀ, ਉਹ ਗੁਰਦੁਆਰਾ ਹੀ ਛੱਡ ਜਾਂਦੇ ਆ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਛੱਡ ਜਾ, ਫਰਕ ਇੱਧਰ ਕੋਈ ਨਹੀਂ ਹੈ। ਤੇ ਇੱਕ ਨਹੀਂ ਮਿਲੀ ਕਰਕੇ ਨਾਰਾਜ਼ ਹੋ ਗਿਆ, ਜੇ 10 ਵੀ ਤੇਰੇ ਤੋਂ ਪਿਛਲੀਆਂ ਦਿੱਤੀਆਂ ਖੋਲੇਗਾ ਫਿਰ ਕੀ ਕਰੇਗਾ? 10 ਵਸਤੂਲੇ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ, ਏਕ ਭੀ ਨਾ ਦੇ ਤੋ 10 ਭੀ ਹਿਰ ਲੈ ਤੋ ਮੂੜਾ ਕਹੋ ਕਹਾਂ। ਕਦੇ ਕਹਿੰਦੇ ਉਹ ਇੱਕ ਬਣਾ ਦਵੇ ਜਿਹੜੀ ਮੰਗ ਰਿਹਾ, ਪਿਛਲੀਆਂ ਵੀ 10 ਖੋਲੇ ਤੇਰੇ ਤੋਂ, ਫਿਰ ਕੀ ਕਰੇਗਾ? ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਗੁਰੂ ਤੇ ਰੱਬ ਨਾਲ, ਕਦੇ ਵੀ ਨਹੀਂ। ਮਰਜ਼ ਕਹਿੰਦੇ ਜੇ ਭਾਵੇ ਤੇ ਦੇ ਦਿੰਦੇ, ਜਿਹੜਾ ਉਹਨੂੰ ਭਾ ਜਾਂਦਾ, ਨਹੀਂ ਭਾਉਂਦਾ ਤੇ ਉਹਨੂੰ ਨਹੀਂ ਦਿੰਦਾ। ਜੇ ਦੇ ਦੇ ਤਾਂ ਵੀ ਉਹਦਾ ਧੰਨਵਾਦ ਨਾ ਦੇਗਾ, ਫਿਰ ਕੀ ਕਰ ਲੈਣਾ? ਇੱਥੇ ਤੇ ਇੱਕ ਮੰਗਣ ਵਾਲਿਆਂ ਨੂੰ ਵੀ 7 ਮਿਲਦੇ ਆ। ਸਾਡੇ ਕੋਲ ਇਤਿਹਾਸ ਸੁਲੱਖਣੀ ਆਈ, ਕਹਿੰਦੀ ਜੀ ਨਾਮ ਸੁਲੱਖਣੀ ਵਸਦੀ ਅਚੱਬੇ, ਉਹ ਫਲ ਜਾਂਦੀ ਨੂੰ ਇੱਕ ਫਲ ਲੱਗੇ। ਮਹਾਰਾਜ ਨੇ ਕਹਿੰਦੇ ਕਿਹਾ ਹੀ ਨਹੀਂ ਹੈਗਾ। ਉਹ ਕਲਮ ਤੇ ਦਵਾਤ ਲੈ ਕੇ 7 ਪੈ ਗਿਆ, ਉਹ ਬੜੀ ਖੁਸ਼ ਹੋ ਕੇ ਜਾਂਦੀ ਮਹਾਰਾਜ ਦੇ ਕੋਲੋਂ। ਜਿਹਨੂੰ ਇੱਕ ਨਹੀਂ ਮਿਲਦਾ ਉਹਨੂੰ 7 ਮਿਲਦੇ ਨੇ, ਤੇ ਕਈਆਂ ਕੋਲ ਇੱਕ ਵੀ ਨਹੀਂ ਹੈਗਾ। ਵੀ ਉਹਦੀਆਂ ਦਾਤਾਂ ਹੈ, ਨਾਰਾਜ਼ ਨਹੀਂ ਬਿਲਕੁਲ ਹੋਣਾ ਚਾਹੀਦਾ, ਦਿੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ। ਵੈਸੇ ਨਾ ਜੇ ਕਿਤੇ ਸਾਡੀ ਅਵਸਥਾ ਇਹ ਬਣ ਜਾਏ ਵੀ ਇਹ ਮੰਗੀਏ ਕੁਝ ਵੀ ਨਾ, ਸ਼ੁਕਰਾਨਾ ਹੀ ਕਰਦੇ ਰਹੀਏ, ਬਹੁਤ ਕੁਝ ਮਿਲੇਗਾ, ਫਿਰ ਬਹੁਤ ਕੁਝ ਮਿਲੇਗਾ। ਕਈ ਵਾਰੀ ਨਾ ਰੱਬ ਦਿੰਦਾ ਬਹੁਤ ਕੁਝ ਹੈ, ਅਸੀਂ ਮੰਗ ਨਹੀਂ ਸਕਦੇ ਆ, ਉਹ ਦੇਣਾ ਚਾਹੁੰਦਾ। ਦਾਸ ਬੇਨਤੀ ਕਰਦਾ ਹੁੰਦਾ ਵੀ ਉਹ ਮਹਾਰਾਜਾ ਰਣਜੀਤ ਸਿੰਘ ਕਿਸੇ ਨਗਰ 'ਚ ਗਏ ਤੇ ਉਹਨਾਂ ਦੇ ਕੁੜਤੇ ਦਾ ਨਾ ਬਟਨ ਟੁੱਟ ਗਿਆ, ਤੇ ਉਹ ਆਪਣੇ ਨਾਲ ਦੇ ਜਿਹੜੇ ਸਿੱਖ ਖੜਾ ਸੀ ਉਹਨੂੰ ਕਹਿੰਦੇ ਵੀ ਆਪਾਂ ਹੋਰ ਵੀ ਪਿੰਡਾਂ 'ਚ ਜਾਣਾ ਤੇ ਕੁੜਤੇ ਦਾ ਬਟਨ ਸਾਹਮਣੇ ਟੁੱਟਾ, ਭੈੜਾ ਲੱਗਦਾ, ਕੋਈ ਦਰਜੀ ਸੱਦੋ ਤੇ ਬਟਨ ਲਾ ਜੇ। ਉਹ ਦਰਜੀ ਆਇਆ ਜੀ, ਉਹਨੇ ਬਟਨ ਲਾ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਪੁੱਛਦੇ, ਕਹਿੰਦੇ ਦੱਸੋ ਭਾਈ ਮਿਹਨਤ ਸੇਵਾ? ਕਹਿੰਦਾ ਜੀ ਕੁਝ ਨਹੀਂ, ਤੁਸੀਂ ਬਾਦਸ਼ਾਹ ਹੋ ਔਰ ਕੋਈ ਇਹਦੀ ਸੇਵਾ ਨਹੀਂ ਹੈ, ਵੀ ਬਟਨ ਤੁਹਾਡਾ ਹੀ ਬਸ ਮੇਰੀ ਥੋੜੀ ਜਿਹੀ ਮਿਹਨਤ ਹੀ ਲੱਗੀ ਹੈ, ਵੀ ਸੂਈ ਨਾਲ ਲਿਆ ਕੇ ਮੈਂ ਬਟਨ ਲਾਇਆ ਹੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨਹੀਂ, ਤੂੰ ਸਮਾਂ ਕੱਢਿਆ, ਤੇਰੀ ਮਿਹਨਤ ਤਾਂ ਦੇਣੀ ਬਣਦੀ ਹੈ। ਮਹਾਰਾਜਾ ਤੇ ਇਹੋ ਜਿਹਾ ਹੀ ਹੋਣਾ ਚਾਹੀਦਾ, ਨਹੀਂ ਤੇ ਇੱਥੇ ਮਾਫ ਕਰਨਾ ਸਾਰਿਆਂ ਦੀ ਗੱਲ ਨਹੀਂ ਹੁੰਦੀ ਹੈ। ਕਿਸੇ ਨੇ ਵਰਦੀ ਪਾਈ ਹੋਵੇ ਸਰੀਰ ਤੇ, ਗਰੀਬ ਦੀਆਂ ਰੇਹੜੀਆਂ ਤੋਂ ਫਲ ਚੁੱਕਦੇ ਫਿਰਦੇ, ਕਹਿੰਦੇ ਪੈਸੇ ਕਾਹਦੇ, ਕੁਛ ਉਹ ਦਾਅਵੇ ਮਾਰਦੇ ਉਹਨਾਂ ਨੂੰ। ਸਾਰਿਆਂ ਦੀ ਗੱਲ ਨਹੀਂ ਹੈ, ਕਿਸੇ ਕੋਲ ਬਹੁਤੇ ਕੋਲ ਥੋੜ੍ਹੀ ਜਿਹੀ ਵੀ ਤਾਕਤ ਹੋਵੇ ਨਾ, ਆਪਣੀ ਤਾਕਤ ਨੂੰ ਵਰਤਦਾ, ਕਹਿੰਦਾ ਤੈਨੂੰ ਕਾਹਦੇ ਪੈਸੇ, ਵੀ ਮੈਂ ਤੇ ਫਲਾਣਾ, ਮੈਂ ਤੇ ਫਲਾਣਾ। ਮਹਾਰਾਜ ਇਹੋ ਜਿਹਾ ਹੋਣਾ ਚਾਹੀਦਾ, ਉਹ ਬਟਨ ਲਾਉਣ ਦੇ ਵੀ ਪੈਸੇ ਦਿੰਦਾ। ਉਹ ਕਹਿੰਦਾ ਜੀ ਨਹੀਂ ਕੋਈ ਪੈਸੇ ਨਹੀਂ। 3 ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਤੇ ਫਿਰ ਜਦੋਂ ਤੀਸਰੀ ਵਾਰੀ ਕਿਹਾ ਵੀ ਮੰਗ ਭਾਈ ਕਿੰਨੀ ਮਿਹਨਤ ਤੇਰੀ, ਕਹਿੰਦਾ ਮੰਗਣ ਲੱਗਾ ਸੀ ਵੀ ਚਲੋ
ਉਦੋਂ ਕੁਝ ਵੀ ਹੁੰਦਾ ਸੀ ਵੀ 2 ਰੁਪਈਏ ਦੇ ਦਿਓ, ਕਹਿੰਦਾ ਮੰਗਣ ਲੱਗਾ ਸੀ 2 ਰੁਪਈਏ ਮੰਗਣੇ ਸੀ ਦੇ ਦਿਓ, ਤੇ ਫਿਰ ਮੁੱਖ ਚੋਂ ਨਿਕਲਿਆ ਵੀ ਹੁਣ ਇੰਨੇ ਕਿਤੇ ਪੈਸੇ ਥੋੜੀ ਮੰਗਾ ਵੀ ਤੁਸੀਂ ਜੋ ਕੁਝ ਦੇਣਾ ਦੇ ਦਿਓ ਜੀ। ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ਤੇ ਉਹ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੋਂ ਉੱਠਣ ਲੱਗੇ, ਕਹਿੰਦੇ ਭਾਈ ਇਹਨੂੰ ਕਹੋ 10 ਪਿੰਡਾਂ ਦਾ ਮਾਮਲਾ ਗਰਾ ਲਿਆ ਕਰੇ। ਉਹਨੇ ਲਿਖਿਆ, ਕਹਿੰਦਾ ਜੀ ਮੰਗਦਾ ਤੇ 2 ਰੁਪਈਏ ਮੰਗਣੇ ਹਨ, ਜਦੋਂ ਉਹਨਾਂ ਦੀ ਮਰਜ਼ੀ ਨਾਲ ਮਿਲਿਆ ਤੇ ਫਿਰ ਬਹੁਤ ਕੁਝ ਮਿਲਿਆ। 10 ਪਿੰਡਾਂ ਦਾ ਮਾਮਲਾ 1 ਸਾਲ ਮੈਂ ਗਰਾਇਆ, ਵੀ 1 ਸਾਲ 10 ਪਿੰਡਾਂ ਦੀ ਗਰਾਈ, ਇਹਨੂੰ ਦੇ ਦਿਓ। ਅਸੀਂ ਕਈ ਵਾਰੀ ਨਾ ਜੇ ਸ਼ੁਕਰਾਨਾ ਕਰਨ ਲੱਗ ਪਈਏ, ਮੰਗੀਏ ਕੁਝ ਨਾ ਬਹੁਤ ਕੁਝ ਦਿੰਦਾ ਹੈ, ਤੇ ਕਈ ਵਾਰੀ ਬਹੁਤ ਕੁਝ ਮੰਗਣ ਵਾਲੇ ਖਾਲੀ ਵੀ ਰਹਿ ਜਾਂਦੇ। ਮਿਲਦਾ ਮੰਗਿਆ ਵੀ ਹੈ, ਇਹ ਨਹੀਂ ਮਿਲਦਾ। ਸਾਡੇ ਅੰਦਰ ਸੇਵਾ ਭਾਵਨਾ ਹੋਣੀ ਚਾਹੀਦੀ ਹੈ, ਪਰ ਮਹਾਰਾਜ ਕਹਿੰਦੇ ਕਿਤੇ ਸ਼ੁਕਰਾਨਾ ਕਰਨ ਲੱਗ ਪਈਏ ਤੇ ਉਹ ਬਖਸ਼ਾ ਫਿਰ ਵਰਤਾਉਂਦਾ ਹੈ। ਇੱਥੇ ਮਹਾਰਾਜ ਕਹਿੰਦੇ ਹੈ ਭਾਵੇਂ ਦੇ ਨਾ ਦੇਈ ਸੋਏ, ਕਹਿੰਦੇ ਭਾਵੇਂ ਤੂੰ ਦੇ ਦੇ ਭਾਵੇਂ ਨਾ ਦਵੇ, ਅਸੀਂ ਕੁਝ ਨਹੀਂ ਕਰ ਸਕਦੇ। ਹਾਂ ਅਸੀਂ ਰੱਬ ਦੇ ਕੀਤੇ, ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਹੈ। ਸਾਡੇ ਕਹਿਣ ਨਾਲ ਜਿੰਨੇ ਮਰਜ਼ੀ ਲਾਭੇ ਦਿੱਤੀ ਜਾਓ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਕੀਤੇ ਕਿ ਕਹੇ ਕਿਆ ਹੋਏ, ਕਹਿੰਦੇ ਸਾਨੂੰ ਰੱਬ ਨੇ ਪੈ, ਸਾਡੇ ਕਹਿਣ ਨਾਲ ਰੱਬ ਦਾ ਕੀ ਵਿਗੜੇਗਾ ਵੀ, ਜੋ ਕੁਝ ਮਰਜ਼ੀ ਉਹਨੂੰ ਕਹੀ ਜਾਓ। ਹਾਉ ਤਰੁੱਠੇਗਾ ਤੇ ਦਾਤਾ ਬਖਸ਼ਿਸ਼ ਕਰਦਾ ਹੈ। ਹਾਂ ਉਹ ਰੱਬ ਸੱਚਾ ਹੈ ਤੇ ਉਹਨੂੰ ਸੱਚਾ ਨਾਮ ਹੀ ਪਾਉਂਦਾ ਹੈ। ਇੱਥੇ ਹੁਣ ਵੀ ਜੇ ਕਿਸੇ ਨੇ ਦਾਤ ਮੰਗਣੀ ਹੈ, ਮੰਨ ਲਓ ਗੁਰੂ ਸਾਹਿਬ ਅੱਗੇ ਕੋਈ ਅਰਦਾਸ ਕਰਨਾ ਚਾਹੁੰਦਾ ਹੈ, ਤੇ ਜੇ ਗ੍ਰੰਥੀ ਸਿੰਘ ਕੋਲੇ ਕੋਈ ਆਉਂਦਾ ਨਾ ਭਾਈ ਸਾਹਿਬ ਜੀ ਵੀ ਆਹ ਦਾਤ ਬੜੀ ਵੱਡੀ ਹੈ ਤੇ ਮੰਗਣੀ, ਤੇ ਭਾਈ ਸਾਹਿਬ ਪਤਾ ਕੀ ਕਹਿਣਗੇ, ਇੱਕ ਸਲਾਹ ਦੇਣ, ਕਹਿੰਦੇ ਬਾਣੀ ਪੜ੍ਹਿਆ ਕਰ। ਹੁਣ ਉਹ ਬਾਣੀ ਪੜ੍ਹਨ ਵਾਸਤੇ ਕਿਉਂ ਕਿਹਾ ਵੀ ਬਾਣੀ ਪੜ੍ਹੇਗਾ ਤੇ ਗੁਰੂ ਸਾਹਿਬ ਨੂੰ ਚੰਗਾ ਲੱਗੇਗਾ, ਗੁਰੂ ਸਾਹਿਬ ਨੂੰ ਚੰਗਾ ਲੱਗ ਗਿਆ ਤੇ ਆਪੇ ਗੁਰੂ ਸਾਹਿਬ ਨੇ ਦਾਤ ਦੇ ਦੇਣੀ ਹੈ। ਬਾਣੀ ਪੜ੍ਹਿਆ ਕਰ ਕਹਿਣ ਦਾ ਕਾਰਨ ਮਤਲਬ ਇਹ ਹੀ ਹੈ ਵੀ ਉਹਨੂੰ ਬਾਣੀ ਪੜ੍ਹਨ ਵਾਲਾ ਹੀ ਚੰਗਾ ਲੱਗਦਾ ਹੈ। ਨਾਮ ਜਪਿਆ ਕਰ, ਰੱਬ ਸੱਚਾ ਹੈ ਨਾ, ਤੇ ਸੱਚੇ ਨੂੰ ਸੱਚ ਹੀ ਪਸੰਦ ਹੈ। ਕੋਈ ਬੰਦਾ ਸੱਚਾ ਹੋਵੇ ਉਹ ਸੱਚ ਬੋਲਣ ਵਾਲੇ ਨੂੰ ਪਸੰਦ ਕਰੇਗਾ, ਝੂਠੇ ਨੂੰ ਨਹੀਂ। ਰੱਬ ਸੱਚ ਹੈ ਤੇ ਸੱਚ ਨੂੰ ਜਿਹੜਾ ਜਪਦਾ ਉਹੀ ਉਹਨੂੰ ਪਸੰਦ ਹੈ। ਉਹ 10 ਨੇ ਪੰਕਤੀ ਪੜ੍ਹੀ ਆਨੰਦ ਸਾਹਿਬ ਦੀ ਬਾਣੀ ਚ, ਰੋਜ਼ ਅਸੀਂ ਸਾਰਿਆਂ ਨੂੰ ਕੰਠੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਦਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਹੁਣ ਦੇ ਸੋ ਪਾਵੇ, ਦੇਗਾ ਕਿਹਨੂੰ, ਸਦਾ ਸਿਫਤ ਸਲਾਹ ਤੇਰੀ ਨਾਮ ਮਨ। ਜਿਹੜੇ ਸਦਾ ਸਿਫਤ ਸਲਾਹ ਨਾਲ ਜੁੜ ਕੇ ਜਿਹਨਾਂ ਨੇ ਨਾਮ ਮਨ ਚ ਵਸਾ ਲਿਆ, ਕਿਉਂਕਿ ਨਾਮ ਜਪਣ ਵਾਲੇ ਉਹਨੂੰ ਚੰਗੇ ਲੱਗਦੇ ਆ। ਉਹ ਸੱਚਾ ਹੈ ਨਾ, ਸੱਚ ਨਾਲ ਜੁੜੇ ਹੀ ਉਹਨੂੰ ਚੰਗੇ ਲੱਗਦੇ ਆ। ਝੂਠੇ ਬੰਦੇ ਦੀ ਕੋਈ ਮਦਦ ਨਹੀਂ ਕਰਦਾ ਤੇ ਨਾ ਹੀ ਉਹਨੂੰ ਕੁਝ ਉਹਨੇ ਦੇਣਾ ਵੀ ਹੈ। ਮਹਾਰਾਜ ਕਹਿੰਦੇ ਭਾਈ ਸੱਚੇ ਨੂੰ ਸੱਚ ਨਾਲ ਹੀ ਪਿਆਰ ਹੈ, ਤੇ ਸੱਚਾ ਨਾਮ ਜਪਾਂਗੇ ਤੇ ਉਹਨੂੰ ਭਾਵਾਂਗੇ ਤੇ ਦਾਤਾਂ ਮਿਲਣਗੀਆਂ ਜੀ। ਅੰਧੇ ਦਾ ਅਰਥ ਹੈ ਗਿਆਨ ਤੋਂ ਹੀਣਾ। ਉਹਨੂੰ ਅੰਨਾ ਕਿਹਾ, ਜਿਹਦੀਆਂ ਅੱਖਾਂ ਦੀ ਜੋਤ ਨਹੀਂ ਉਹਨੂੰ ਨਹੀਂ ਮਹਾਰਾਜ ਅੰਨਾ ਮੰਨਦੇ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਖਸਮ ਕੁਥੇ। ਗਿਆਨ ਤੋਂ ਹੀਣੇ ਮਨੁੱਖ ਨੂੰ ਮਾਰੇ ਨੇ ਨਾ ਗਾ। ਮਾਰੇ ਕਹਿੰਦੇ ਉਹ ਕੱਚਾ ਹੁੰਦਾ ਹੈ, ਅੰਦਰੋਂ ਜੁੜਿਆ ਨਹੀਂ ਹੁੰਦਾ ਪੂਰਾ, ਜਿਹਦੇ ਕੋਲ ਗਿਆਨ ਨਹੀਂ ਹੈ। ਅੰਨਾ ਮਨੁੱਖ ਜਦੋਂ ਕੱਚਾ ਹੈ, ਅੰਦਰੋਂ ਰੱਬ ਨਾਲ ਪੂਰਾ ਪਿਆਰ ਨਹੀਂ। ਕੱਚੀ ਚੀਜ਼ ਜੋ ਵੀ ਹੈ ਨਾ, ਕੱਚਾ ਗੁਰੂ ਤੁਹਾਨੂੰ ਮੁਕਤ ਨਹੀਂ ਕਰ ਸਕਦਾ। ਉਹਦਾ ਭਗਤ ਕਬੀਰ ਜੀ ਨੇ ਕਿਹਾ, ਕਾਚੀ ਸਰਸੋਂ ਪੇਲ ਕਹਿ ਨਾ ਖਾਲ ਭਈ ਨਾ ਤੇਲ। ਕੱਚੀ ਸਰਸੋਂ ਪੇਲਾਂਗੇ ਨਾ ਖਲ ਨਿਕਲਣੀ ਨਾ ਤੇਲ। ਤੁਸੀਂ ਕੱਚੀ ਰੋਟੀ ਖਾਓਗੇ ਤੁਹਾਡਾ ਢਿੱਡ ਪੀੜ ਹੋਏਗਾ। ਭਾਵ ਕਿ ਕੱਚੀ ਚੀਜ਼ ਕੋਈ ਵੀ ਮਾੜੀ ਹੈ। ਘੜਾ ਭਾਂਡਾ ਕੱਚਾ ਹੋਵੇ ਉਹ ਟੁੱਟ ਜਾਂਦਾ ਹੈ, ਸਾਡਾ ਪਿਆਰ ਕੱਚਾ ਹੋਵੇ ਉਹ ਟੁੱਟ ਜਾਂਦਾ ਹੈ, ਭਾਵਨਾ ਕੱਚੀ ਹੋਵੇ ਉਹ ਵਿੱਚ ਹੀ ਮਨੁੱਖ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਅੰਧਾ ਜਿਹੜਾ ਗਿਆਨ ਤੋਂ ਹੀਣਾ ਮਨੁੱਖ ਨੂੰ ਅੰਦਰੋਂ ਕੱਚਾ ਹੁੰਦਾ, ਪੂਰਨ ਤੌਰ ਤੇ ਉਹ ਵਾਹਿਗੁਰੂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ, ਮਹਾਰਾਜ ਕਹਿੰਦੇ ਜਿੰਨੇ ਰੁੱਖ ਤੇ ਬਿਰਖ ਦਰਖਤ ਰੁੱਖ ਜੋ ਵੀ ਕੁਦਰਤ ਉਹਨੇ ਸਾਜੀ ਹੈ, ਬਨਸਪਤੀ ਹੈ, ਜੋ ਵੀ ਹੈ, ਬਿਰਖ ਦਰਖਤ। ਰਾਉ ਦਾ ਅਰਥ ਹੁੰਦਾ ਹੈ ਸਜਾਵਟ। ਕਿੰਨੇ ਸੋਹਣੇ ਫਲ ਤੇ ਫੁੱਲ ਲੱਗਦੇ, ਇਹ ਸਾਰੇ ਪ੍ਰਮਾਤਮਾ ਦੀ ਪੈਦਾਇਸ਼ ਨੇ। ਦੋਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾਓ। ਕੁਦਰਤ ਨੂੰ ਉਹਨੇ ਸਾਜਿਆ, ਅਨੇਕਾਂ ਰੰਗਾਂ ਰੁੱਤਾਂ ਉਹਨੇ ਬਣਾਈਆਂ ਨੇ, ਅਨੇਕਾਂ ਤਰ੍ਹਾਂ ਦੇ ਦਰਖਤ ਨੇ, ਉਹਨੇ ਆਪ ਸਜਾਵਟ ਕੀਤੀ ਹੋਈ ਹੈ, ਵਿੱਚ ਰਮਿਆ ਹੋਇਆ ਹੈ।
ਮਹਾਰਾਜ ਦਰਖਤਾਂ ਦੀ ਗੱਲ ਕਰਦੇ ਕਹਿੰਦੇ ਜਿਹੋ ਜੀ ਧਾਤ, ਜਿਹੋ ਜਿਹਾ ਫਲ ਜਾਂ ਫੁੱਲ ਲੱਗਦਾ ਨਾ ਦਰਖਤ ਨੂੰ, ਉਹੋ ਜਿਹਾ ਉਹਦਾ ਨਾਮ ਰੱਖਿਆ ਜਾਂਦਾ ਹੈ। ਦਰਖਤ ਨੂੰ ਜਿਹੋ ਜਿਹਾ ਫਲ ਲੱਗਦਾ ਹੈ, ਉਹੋ ਜਿਹੇ ਦਰਖਤ ਦਾ ਨਾਮ ਹੁੰਦਾ ਹੈ। ਜਾਂ ਅਸੀਂ ਮਨੁੱਖ ਦੀ ਗੱਲ ਕਰੀਏ, ਜਿਹੋ ਜਿਹੇ ਮਨੁੱਖ 'ਚ ਗੁਣ ਨੇ ਉਹੋ ਜਿਹਾ ਲੋਕ ਨਾਮ ਰੱਖ ਦਿੰਦੇ ਆ। ਕੰਮ ਵੇਖ ਕੇ ਲੋਕ ਨਾਮ ਰੱਖ ਦਿੰਦੇ ਆ। ਤੇ ਮਹਾਰਾਜ ਇੱਥੇ ਕਹਿੰਦੇ ਦਰਖਤਾਂ ਦੀ ਗੱਲ ਕਰਦੇ, ਕਹਿੰਦੇ ਭਾਈ ਜਿਹੀ ਧਾਤ ਤਿਹਾ। ਇੱਕ ਦਰਖਤ ਦੀ, ਆਪ ਜੀ ਕਿਤੇ ਫਿਰੋਜ਼ਪੁਰ ਤੋਂ ਜਲਾਲਾਬਾਦ ਨੂੰ ਜਾਂਦੇ ਹੋ ਨਾ, ਤੇ ਸਿੰਬਲ ਦੇ ਰੁੱਖ ਬੜੇ ਆਉਂਦੇ ਨੇ ਗੰਢੇ ਦੇ। ਮੈਂ ਇੱਕ ਦਿਨ ਅਸੀਂ ਜਾ ਰਹੇ ਹਾਂ ਤੇ ਮੈਂ ਨਾਲ ਦੇ ਸਿੰਘਾਂ ਨੂੰ ਕਹਿੰਦਾ ਵੀ ਆਪਾਂ ਸਿੰਬਲ ਦੇ ਦਰਖਤ ਕੋਲ ਖੜ ਕੇ ਨਾ ਗੁਰੂ ਸਾਹਿਬ ਨੇ ਦਰਖਤ ਦੀ ਗੱਲ ਕੀਤੀ 2-3 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤੇ ਉਹ ਅਸੀਂ ਰੁੱਖ ਵੇਖਿਆ ਉੱਚਾ ਬੜਾ ਹੈ ਤੇ ਨਾ ਉਹਨੂੰ ਫਲ ਲੱਗਦੇ ਨੇ ਤੇ ਫੁੱਲ ਵੀ ਬੱਕ ਬੱਕੇ। ਅਸਲ ਵਾਰ 'ਚ ਮਹਾਰਾਜ ਨੇ ਕਿਹਾ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ ਪਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਤਦ ਸਿੰਬਲ ਦਾ ਰੁੱਖ ਉੱਚਾ ਤੇ ਬਹੁਤ ਹੈ, ਨਾ ਉਹਦੀ ਛਾਂ ਕੋਈ ਮਾਣਦਾ ਹੈ ਤੇ ਨਾ ਉਹਨੂੰ ਫਲ ਤੇ ਫੁੱਲ ਲੱਗਦਾ ਹੈ। ਫਿਰ ਉੱਚੇ ਦਾ ਦਰਖਤ ਦਾ ਕਰਨਾ ਵੀ ਕੀ ਹੈ? ਤੁਸੀਂ ਆਪਣੇ ਵਿਹੜੇ 'ਚ ਲਾਓਗੇ ਨਾ, ਤੁਹਾਨੂੰ ਉਹਨੇ ਛਾਂ ਕੋਈ ਨਹੀਂ ਜੇ ਦੇਣੀ। ਛਾਂ ਉਹ ਤੀਜੇ ਗੁਆਂਢੀਆਂ ਦੇ ਘਰੇ ਜਾਏਗਾ, ਸ਼ਾਇਦ ਨਾਲ ਦਿਆਂ ਨੂੰ ਵੀ ਨਹੀਂ ਦੇਵੇ, ਤੀਸਰੇ ਕਰਕੇ ਉਹ ਉੱਚਾ ਜ਼ਿਆਦਾ ਚਲਾ ਜਾਂਦਾ ਹੈ। ਇਸ ਤਰ੍ਹਾਂ ਜਦੋਂ ਬੰਦਾ ਕੋਈ ਉੱਚਾ ਜ਼ਿਆਦਾ ਚਲਾ ਜਾਵੇ ਨਾ, ਤੁਹਾਡਾ ਕੰਮ ਨਹੀਂ ਕਰੇਗਾ, ਦੂਸਰਿਆਂ ਨੂੰ ਛਾਂ ਜ਼ਰੂਰ ਦੇਵੇਗਾ, ਲੋਕਾਂ ਦੇ ਕੰਮ ਕਰੇਗਾ, ਤੁਹਾਡੇ ਨਹੀਂ ਕਰੇਗਾ। ਉਹ ਵੀ ਸਿੰਬਲ ਦੇ ਦਰਖਤ ਵਰਗਾ ਹੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੋ ਜਿਹਾ ਭਾਈ ਉਹਨੂੰ ਫਲ ਫੁੱਲ ਲੱਗਦਾ, ਉਹੋ ਜਿਹਾ ਨਾਮ ਰੱਖ ਲਿਆ ਜਾਂਦਾ ਹੈ। ਫੁੱਲ ਭਾਉ ਫਲ ਲਿਖਿਆ ਪਾਈ। ਜੇ ਫੁੱਲ ਭਾਉ ਦਾ ਪ੍ਰੇਮ ਦਾ ਤੇ ਫਿਰ ਫਲ ਵੀ ਚੰਗਾ ਹੀ ਲੱਗੇਗਾ। ਫੁੱਲ ਚੰਗਾ ਹੈ ਨਾ, ਫਲ ਪਹਿਲਾਂ ਫੁੱਲ ਲੱਗਦੇ ਫਿਰ ਫਲ ਲੱਗਦੇ ਹੈ। ਫੁੱਲ ਭਾਈ ਬਹੁਤ ਵਧੀਆ ਹੈ, ਫਲ ਵੀ ਬਹੁਤ ਚੰਗਾ ਲੱਗੇਗਾ ਜੀ। ਆਪ ਬੀਜ ਆਪੇ ਹੀ ਖਾਏ। ਮਨੁੱਖ ਕਰਮਾਂ ਦਾ ਬੀਜ ਆਪ ਬੀਜਦਾ ਤੇ ਆਪੇ ਹੀ ਖਾਂਦਾ ਹੈ। ਆਪ ਬੀਜ ਆਪੇ ਹੀ ਖਾਏ। ਜੇ ਕੁਦਰ ਜਿਹੜੀ ਫਸਲ ਬੀਜਦੇ ਨਾ, ਇਹ ਫਸਲ ਬੀਜਦਾ ਕੋਈ ਹੋਰ ਹੈ, ਉਹਨੂੰ ਸਾਂਭਦਾ ਕੋਈ ਹੋਰ ਹੈ, ਵੱਢਦਾ ਕੋਈ ਹੋਰ ਹੈ, ਵੇਚਦਾ ਕਿਤੇ ਜਾ ਕੇ, ਖਾਂਦਾ ਕੋਈ ਹੈ। ਜਿਹੜੀ ਕਰਮਾਂ ਦੀ ਫਸਲ ਹੈ ਆਪ ਹੀ ਬੀਜਣੀ ਤੇ ਆਪ ਹੀ ਖਾਣੀ ਹੈ। ਦੂਸਰੀ ਫਸਲ ਨਹੀਂ ਆਪਾਂ ਆਪ ਬੀਜਦੇ ਆਪ ਖਾਂਦੇ ਆ। ਉਹ ਚਲੋ ਕੁਝ ਤੇ ਆਪ ਬੀਜ ਕੇ ਆਪ ਵੀ ਖਾਣ ਵਾਸਤੇ ਰੱਖ ਲੈਂਦੇ ਆ, ਤੇ ਬਹੁਤੀ ਜਿਹੜੀ ਉਹ ਦੂਸਰੇ ਖਾਂਦੇ। ਮਹਾਰਾਜ ਕਹਿੰਦੇ ਕਰਮਾਂ ਦਾ ਬੀਜ ਤੇ ਆਪ ਹੀ ਬੀਜਣਾ ਤੇ ਆਪ ਹੀ ਵੱਢਣਾ ਪੈਣਾ, ਆਪ ਹੀ ਖਾਣਾ ਹੈ। ਕੱਚੇ ਕੰਧ ਕੱਚਾ ਵਿੱਚ ਰਾਜ। ਮਹਾਰਾਜ ਕਹਿੰਦੇ ਰਾਜ ਮਿਸਤਰੀ ਹੁੰਦਾ ਨਾ, ਕੰਧਾਂ ਬਣਾਉਣ ਵਾਲਾ, ਮਹਿਲ ਬਣਾਉਣ ਵਾਲਾ। ਕਹਿੰਦੇ ਜੇ ਮਿਸਤਰੀ ਕੱਚਾ ਹੈ ਤੇ ਫਿਰ ਕੰਧ ਵੀ ਕੱਚੀ ਹੈ। ਆਪਾਂ ਰਸਤੇ 'ਚ ਜਾਂਦੇ ਹੋਈਏ ਤੇ ਚੰਗਾ ਕੋਈ ਮਿਸਤਰੀ ਨੇ ਮਕਾਨ ਬਣਾਇਆ ਤੇ ਉਹਦੀ ਤਾਰੀਫ ਕਰਦੇ, ਭਾਈ ਕਾਰੀਗਰ ਬਹੁਤ ਵਧੀਆ ਹੋਏਗਾ। ਤੇ ਰਸਤੇ 'ਚ ਜਾਂਦੇ ਆ ਵਿੰਗੀ ਟੇਢੀ ਕੰਧ ਸਾਨੂੰ ਕਿਤੇ ਦਿਸ ਪੈਂਦੀ ਤੇ ਆਈ ਆਨੇ ਵੀ ਇਹ ਜਿਹੜਾ ਅਣਜਾਣ ਬੰਦੇ ਨੇ ਬਣਾਈ ਹੋਈ ਹੈ। ਤੇ ਮਹਾਰਾਜ ਕਹਿੰਦੇ ਜੇ ਮਨ ਰਾਜਾ ਹੀ ਕੱਚਾ ਹੈ ਤੇ ਕਹਿੰਦੇ ਜੀਵਨ ਦੀ ਕੰਧ ਵੀ ਫਿਰ ਸਿੱਧੀ ਨਹੀਂ ਉਸਰੇਗੀ। ਮਿਸਤਰੀ ਨਹੀਂ ਨਾ ਠੀਕ, ਮਿਸਤਰੀ ਕਿਹੜਾ ਮਨ ਸਾਡੇ ਅੰਦਰ ਬੈਠਾ, ਤੇ ਜੇ ਉਹ ਹੀ ਕੱਚਾ ਹੈ, ਮਿਸਤਰੀ ਕੱਚਾ ਹੈ, ਤੇ ਜੀਵਨ ਦੀ ਕੰਧ ਫਿਰ ਸਿੱਧੀ ਕਿਵੇਂ ਉਸਾਰੇਗਾ? ਵੀ ਕੰਧ ਨਹੀਂ ਸਿੱਧੀ ਉਸਰੇਗੀ। ਮਹਾਰਾਜ ਕਹਿੰਦੇ ਹੈ ਵੀ ਜੇ ਮਨ ਉਹਦੇ ਨਾਲ ਜੁੜ ਜਾਂਦਾ ਫਿਰ ਕਿਲਾ ਵੀ ਵਧੀਆ ਜਿਹੜਾ ਤਿਆਰ ਹੁੰਦਾ ਹੈ। ਜੇ ਰਾਜ ਮਿਸਤਰੀ ਕੱਚਾ ਹੈ ਤੇ ਕੰਧ ਵੀ ਫਿਰ ਕੱਚੀ ਪਿੱਲੀ ਜਾਂ ਵਿੰਗੀ ਟੇਢੀ ਬਣਦੀ ਹੈ ਜੀ। ਜੇ ਮੱਤ ਗੁਣਾ ਤੋਂ ਸਖਣੀ ਹੈ ਨਾ, ਤੇ ਜੀਵਨ ਦਾ ਸਵਾਦ ਵੀ ਫਿਰ ਬਕ ਬਕਾਈ ਹੈ। ਜੇ ਬੰਦੇ ਦੇ ਅੰਦਰ ਗੁਣ ਨਹੀਂ ਤੇ ਜੀਵਨ ਕਿਹੜਾ ਚੰਗਾ? ਮੰਨ ਲਓ ਕੋਈ ਬੰਦਾ ਨਸ਼ੇੜੀ ਜਿਹਾ ਇੱਧਰ ਇੱਧਰ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ, ਇਹਦੇ ਤੋਂ 10 ਰੁਪਈਏ ਮੰਗ ਲਏ, ਇਹਦੇ ਤੋਂ 20 ਰੁਪਈਏ ਮੰਗ ਲਏ, ਗੁਣ ਨਹੀਂ ਹੀ ਚੰਗੇ ਤੇ ਜੀਵਨ ਕਿਹੜਾ ਉਹਦਾ ਚੰਗਾ? ਫਿਰ ਵੀ ਫਿੱਕਾ ਸਾਥ ਹੀ ਹੈ, ਬੇਰਸਾ ਜਿਹਾ ਜੀਵਨ ਆ। ਨਾ ਤੇ ਆਪ ਕੁਝ ਕਰ ਸਕਿਆ ਤੇ ਨਾ ਹੀ ਕਿਸੇ ਨੂੰ ਉਹਦਾ ਢੰਗ ਦਾ ਜੀਵਨ ਲੱਗਾ। ਕਈ ਵਾਰੀ ਕੋਈ ਇਹੋ ਜਿਹਾ ਪਰਿਵਾਰ ਦਾ ਮੈਂਬਰ ਹੁੰਦਾ, ਘਰ ਵਾਲੇ ਉਹਨੂੰ ਘਰੇ ਵਾੜ ਕੇ ਨਹੀਂ ਖੁਸ਼ ਹੁੰਦੇ, ਕਹਿੰਦੇ ਬਾਹਰ ਹੀ ਮਗਰੋਂ ਲੱਥਾ ਰਵੇ ਤੇ ਚੰਗੀ ਗੱਲ ਹੈ। ਕਿਉਂਕਿ ਉਹਦੇ ਕੋਲ ਜੀਵਨ ਜਿਉਣ ਦਾ ਢੰਗ ਨਹੀਂ ਹੈ, ਉਹਦੇ ਜੀਵਨ 'ਚ ਗੁਣ ਨਹੀਂ ਹੈ, ਉਹਦੇ ਜੀਵਨ 'ਚ ਫਿੱਕਾ ਸਾਧ ਹੈ, ਬੇਰਸਾ ਜੀਵਨ ਹੈ। ਉਹਦੇ ਅੰਦਰ ਸੱਚਾਈ ਨਹੀਂ ਹੈ, ਉਹਦੇ ਅੰਦਰ ਨਾਮ ਨਹੀਂ ਹੈ, ਉਹਦੇ ਅੰਦਰ ਬਾਣੀ ਨਹੀਂ ਹੈ, ਉਹਦੇ ਅੰਦਰ ਚੰਗੇ ਗੁਣ ਨਹੀਂ ਹੈ। ਫਿਰ ਆਪ ਰਾਜੋ ਜੀਵਨ ਜਿਉਂਦਾ ਹੈ ਔਰ ਦੂਸਰੇ ਨੂੰ ਉਹਦਾ ਜੀਵਨ ਰਾਸ ਨਹੀਂ ਆਉਂਦਾ ਹੈ ਜੀ। ਹਾਂ, ਗੁਰੂ ਕਿਰਪਾ ਕਰੇ ਤੇ ਜੀਵਨ ਰਾਸ ਹੋ ਜਾਂਦਾ ਹੈ, ਵੀ ਭਾਵ ਕਿ ਜੀਵਨ ਢੰਗ ਵਾਲਾ ਬਣ ਜਾਂਦਾ ਹੈ, ਜੀਵਨ ਸੁਚੱਜਾ ਬਣ ਜਾਂਦਾ ਹੈ। ਜਿਹੜਾ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗਾ। ਗੁਰੂ ਨੂੰ ਮਿਲ ਕੇ ਚੱਜ ਅਚਾਰ ਸਿੱਖ ਤੇ ਭਾਈ ਉਹਦਾ ਸੁਚੱਜਾ ਜੀਵਨ ਬਣ ਜਾਂਦਾ ਹੈ।
ਨਾਹੀ ਸਾਬਾਸ। ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਸ਼ਾਬਾਸ਼ੀ ਨਹੀਂ ਮਿਲਦੀ ਰੱਬ ਦੇ ਘਰ। ਸ਼ਾਬਾਸ਼ੀ ਕਿਹਨੂੰ ਮਿਲਦੀ? ਜਿਹੜੇ ਚੰਗੇ ਕੰਮ ਕਰਦੇ। ਜੇ ਕੰਮ ਹੀ ਚੰਗਾ ਨਹੀਂ ਫਿਰ ਸ਼ਾਬਾਸ਼ੀ ਵੀ ਨਹੀਂ ਹੈ। ਸ਼ਾਬਾਸ਼ੀ ਕਿਹਨਾਂ ਨੂੰ ਮਿਲੇਗੀ? ਸਤਿਕਾਰ ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਚੰਗਾ ਕੰਮ ਕਰਦੇ ਆ, ਜਿਹੜੇ ਮੈਡਲ ਜਿੱਤ ਕੇ ਲਿਆਉਂਦੇ ਆ। ਵੇਨ ਨਾਵੇ ਬੰਦਿਆਂ ਦੇ ਨਾਮ ਨਹੀਂ ਜਪੇਗਾ ਨਾਮ ਤੋਂ ਬਗੈਰ ਨਾ ਹੀ ਸ਼ਾਬਾਸ਼। ਗੁਰੂ ਸਾਹਿਬ ਨੇ ਤੈਨੂੰ ਸ਼ਾਬਾਸ਼ੀ ਕੋਈ ਨਹੀਂ ਦੇਣੀ ਹੈ। ਸਾਰੀ ਜ਼ਿੰਦਗੀ ਮੇਰੇ ਵਰਗਾ ਨਸ਼ਾ ਕਰਕੇ ਚਲਾ ਗਿਆ, ਮਹਾਰਾਜ ਕੀ ਪਿੱਠ ਤੇ ਹੱਥ ਰੱਖੇਗਾ ਭਾਈ ਸ਼ਾਬਾਸ਼ੀ ਵੀ ਚੰਗਾ ਜੀਵਨ ਜੋ ਹੈ। ਜੀਵਨ ਚੰਗਾ ਨਹੀਂ। ਜੇ ਬਾਣੀ ਪੜ੍ਹਨ ਵਾਲਾ ਕੋਈ ਜਪਣ ਵਾਲੀ ਰੂਹ ਜਾਂਦੀ ਹੈ, ਮਹਾਰਾਜ ਪਿੱਠ ਤੇ ਹੱਥ ਰੱਖਦੇ ਕਹਿੰਦੇ ਪੁੱਤਰ ਸ਼ਾਬਾਸ਼ ਹੈ, ਜਿਸ ਵਾਸਤੇ ਆਇਆ ਹਾਂ ਉਹੀ ਕਾਰਜ ਕੀਤਾ। ਮਹਾਰਾਜ ਦੇ ਫਿਰ ਖੁਸ਼ੀ ਦੇ ਪਾਤਰ ਅਸੀਂ ਬਣ ਜਾਂਦੇ ਆ। ਮਹਾਰਾਜ ਫਿਰ ਉਹਨੂੰ ਸ਼ਾਬਾਸ਼ੀ ਦਿੰਦੇ ਹਨ। ਸ੍ਰੀ ਰਾਗ ਮਹਲਾ ਪਹਿਲਾ ਘਰ ਸੰਜਵਾ। ਅਸ਼ਲ ਛਲਾਈ ਨਹਿ ਛੜੈ ਨਹਿ ਘਾਉ ਕਟਾਰਾ ਕਰ ਸਕੈ। ਮਹਾਰਾਜ ਕਹਿੰਦੇ ਮਾਇਆ ਅਛਲ ਹੈ, ਇਹਨੂੰ ਛੜਿਆ ਨਹੀਂ ਜਾ ਸਕਦਾ। ਮਾਇਆ ਛਲ ਜਾਂਦੀ ਹਨ। ਮਾਇਆ ਨੂੰ ਕੋਈ ਤੇ ਨਾ ਹੀ ਇਹਨੂੰ ਕਟਾਰ ਦੇ ਨਾਲ ਕੋਈ ਜ਼ਖਮ ਲੱਗਦਾ। ਘਾਉ ਕਟਾਰਾ, ਘਾਉ ਜ਼ਖਮ ਨੂੰ ਕਹਿੰਦੇ। ਕਟਾਰ ਕਟਾਰ ਇਹਨੂੰ ਜ਼ਖਮ ਨਹੀਂ ਕਰ ਸਕਦੀ ਹੈ। ਮਾਇਆ ਛਲ, ਇਹ ਮਾਇਆ ਸਾਨੂੰ ਛੱਡ ਜਾਂਦੀ ਹੈ। ਮਾਇਆ ਕਰਕੇ ਕਿੰਨੇ ਬੰਦਾ ਫਰੇਬ ਕਰਦਾ, ਕਿੰਨੇ ਧੋਖੇ ਕਰਦਾ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸ ਦੀ ਸੇਵਾ ਜੋ ਕਰੇ ਤੇ ਸੀ ਉਹ ਫਿਰ ਖਾਏ। ਮਹਾਰਾਜ ਕਹਿੰਦੇ ਮਨੁੱਖ ਨੂੰ ਛਲਦੀ ਹੈ, ਇਹ ਨਹੀਂ ਛੜੀ ਜਾਂਦੀ ਹੈ। ਨਾ ਇਹਨੂੰ ਕੋਈ ਜ਼ਖਮ ਹੁੰਦਾ ਵੀ ਮਨੁੱਖ ਇਹਨੂੰ ਜ਼ਖਮੀ ਕਰਕੇ ਸੁੱਟਦੇ, ਇਹਨੂੰ ਮਾਰਦੇ। ਉਹ ਵੈਸੇ ਭਗਤ ਕਬੀਰ ਜੀ ਦੇ ਕੋਲ ਮਾਇਆ ਕਹਿੰਦੇ ਇਸਤਰੀ ਦੇ ਰੂਪ 'ਚ ਆਉਂਦੀ ਸੀ ਤੇ ਉਹਨਾਂ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਕਹਿੰਦੇ ਉਹਨਾਂ ਨੇ ਨੱਕ ਤੇ ਕੰਨ ਹੀ ਵੱਢ ਦਿੱਤੇ, ਬੇਸ਼ਕਲ ਇਹਨੂੰ ਬਣਾ ਦਿੱਤਾ ਵੀ ਹੁਣ ਸਾਨੂੰ ਇਹ ਛਲੇਗੀ ਨਹੀਂ। ਉਹ ਕੋਈ ਵਿਰਲੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਤੋਂ ਬਚਦੇ ਨੇ, ਨਹੀਂ ਤੇ ਸਾਰਿਆਂ ਨੂੰ ਛਲ ਜਾਂਦੀ ਹੈ। ਜਿਉ ਸਾਹਿਬ ਰਾਖੈ ਤਿਉ ਰਹੈ। ਕਹਿੰਦੇ ਜੀਵ ਉਤਨਾ ਹੀ ਰਹਿੰਦਾ ਜਿਵੇਂ ਸਾਹਿਬ ਰੱਖਦਾ ਹੈ। ਇਸ ਲੋਭੀ ਕਾ ਜੀਉ ਟਲ ਪੜੈ। ਮਹਾਰਾਜ ਕਹਿੰਦੇ ਲੋਭੀ ਦਾ ਜੀਓ ਨਾ ਫਿਰ ਮਾਇਆ ਤੇ ਉਹ ਲਾਲਚ ਹੋ ਜਾਂਦਾ, ਲੋਭ ਹੋ ਜਾਂਦਾ ਮਾਇਆ ਦਾ। ਮੰਨ ਲਓ ਕੋਈ ਬੰਦੇ ਦੇ ਅੰਦਰ ਮਾਇਆ ਕਰਨ ਦੀ ਇੱਛਾ ਹੈ, ਉਹ ਕਿਸੇ ਤਰੀਕੇ ਨਾਲ ਨਾ ਫਿਰ ਉਹ ਧੋਖਾ ਕਰੇਗਾ ਕਿਸੇ ਦੇ ਨਾਲ। ਕਹਿੰਦੇ ਲੋਭੀ ਦਾ ਜਿਹੜੀ ਜਿੱਤ ਹੈ ਨਾ ਉਹ ਬਚ ਨਹੀਂ ਸਕਦੀ ਲੋਭੀ ਬੰਦੇ ਦੀ। ਗੁਰਮੁਖ ਤੇ ਜਿੱਤ ਜਾਂਦਾ ਹੈ ਮਾਇਆ ਨੂੰ। ਮਾਇਆ ਦਾਸੀ ਭਗਤਾਂ ਦੀ ਕਾਰ ਕਮਾਈ ਵਾਲੀ ਬਖਸ਼ੀ ਵਰਤਦੀ ਹੈ। ਪਰ ਲੋਭੀ ਬੰਦਾ ਉਹ ਕਿਤੇ ਨਾ ਕਿਤੇ ਫਿਰ ਉਹ ਮਾਇਆ ਕਰਕੇ ਦੂਸਰੇ ਨਾਲ ਛਲ ਕਪਟ ਕਰਦਾ ਤੇ ਉਹ ਆਪ ਵੀ ਠੱਗਿਆ ਜਾਂਦਾ ਹੈ। ਮਾਇਆ ਛਲ ਜਾਂਦੀ ਹੈ ਤੇ ਪੜੋ ਮਾਖੀ ਰਾਮ ਕੀ ਤੂੰ ਮਾਖੀ ਜਾਂ ਮੱਖੀ ਮਿੱਠੇ ਮਰਨਾ ਬਹੁਤ ਵਾਰੀ ਆਪਾਂ ਵਿਚਾਰ ਕੀਤੀ ਹੈ। ਉਹ ਕਹਿੰਦਾ ਮੈਂ ਮਾਇਆ ਪ੍ਰਾਪਤ ਕਰਨੀ, ਮਾਇਆ ਇਹਨੂੰ ਮਨੁੱਖ ਨੂੰ ਠੱਗ ਜਾਂਦੀ ਹੈ। ਦੀਵਾ ਕਿਉਂ ਜੜੈ। ਚਲੋ ਸਿੱਧੇ ਤੇ ਅਰਥ ਹੈ ਵੀ ਤੇਲ ਤੋਂ ਬਗੈਰ ਦੀਵਾ ਨਹੀਂ ਜਲਦਾ। ਇਹਦੇ ਅਰਥ ਕਰੀਏ ਗਿਆਨ ਤੋਂ ਬਗੈਰ ਅੰਦਰੋਂ ਉਜਾਲਾ ਨਹੀਂ ਹੋਏਗਾ। ਬਹੁਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ। ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੰਗਾ ਜਪ ਸਿਓ ਮੇਲ। ਅੰਦਰ ਪ੍ਰੇਮ ਨਹੀਂ ਹੈ ਤੇ ਗੁਰਮੁਖੋ ਅੰਦਰੋਂ ਫਿਰ ਗਿਆਨ ਦਾ ਦੀਵਾ ਨਹੀਂ ਜਗੇਗਾ। ਬਿਨ ਤੇਲ ਦੀਵਾ, ਤੇਲ ਤੋਂ ਬਗੈਰ ਦੀਵਾ ਜਲੇਗਾ। ਆਪਾਂ ਸਾਰੇ ਸਿਆਣੇ ਹੀ ਹੈ। ਉਹ ਵੀ ਇੱਕ ਪ੍ਰੋਸੈਸ 'ਚੋਂ ਲੰਘਣਾ ਪੈਂਦਾ। ਪਹਿਲਾਂ ਦੀਵਾ ਲਿਆਉਣਾ ਪੈਂਦਾ, ਤੇਲ ਪਾਉਣਾ ਪੈਂਦਾ, ਵੱਟੀ ਵੱਟਣੀ ਪੈਂਦੀ ਹੈ, ਫਿਰ ਅੱਗ ਲਾਈਟ ਦੇਣੀ ਪੈਂਦੀ ਹੈ, ਫਿਰ ਜਾ ਕੇ ਦੀਵਾ ਜਲਦਾ। ਜੇ ਤੇਲ ਹੈ ਹੀ ਨਹੀਂ ਹੈ, ਪ੍ਰੇਮ ਹੈ ਹੀ ਨਹੀਂ ਹੈ, ਤੇ ਫਿਰ ਗਿਆਨ ਦਾ ਦੀਵਾ ਕਿਵੇਂ ਜਲੇਗਾ ਜੀ? ਮਹਾਰਾਜ ਕਹਿੰਦੇ ਪੋਥੀਆਂ ਪੁਰਾਣਾਂ ਦੀ ਕਮਾਈ ਕਰਨੀ। ਜੋ ਧਾਰਮਿਕ ਗ੍ਰੰਥ ਕਹਿੰਦੇ ਨੇ ਉਹਨਾਂ ਨੂੰ ਜੀਵਨ 'ਚ ਕਮਾਉਣਾ। ਕਹਿੰਦੇ ਡਰ ਦੀ ਵੱਟੀ, ਰੱਬ ਦੇ ਭੈ ਦੀ ਵੱਟੀ ਇਸ ਤਨ 'ਚ ਪਾਈਏ। ਪੋਥੀ ਪ੍ਰਾਣ ਕਮਾਉਣਾ ਤੇ ਉਹਦੇ ਡਰ ਦੀ ਵੱਟੀ ਜਿਹੜੀ ਵਿੱਚ ਪਾਉਣੀ ਜੀ। ਸੱਚ ਬੂਝਣ ਆਣ ਜਲਾਈ। ਉਹ ਸੱਚ ਬੂਝਣ ਜਿਹੜਾ ਸੀਖ ਨਾਲ ਜਲਣਾ। ਕਹਿੰਦੇ ਐਂ ਦੀਵਾ ਜਲੇਗਾ। ਪੋਥੀ ਪ੍ਰਾਣ ਦੀ ਕਮਾਈ ਕਰਨੀ, ਇਹਨੂੰ ਦੀਵਾ ਬਣਾਉਣਾ, ਭੌ ਦੀ ਵਿੱਚ ਵੱਟੀ ਪਾਉਣੀ ਤੇ ਮਹਾਰਾਜ ਕਹਿੰਦੇ ਸੱਚ ਦੀ ਫਿਰ ਉਹ ਤੀਲੀ ਲਾਉਣੀ, ਫਿਰ ਦੀਵਾ ਲੱਟ ਕਰਕੇ ਜਲੇਗਾ ਜੀ। ਜਿੱਦਣ ਦੀਵਾ ਜਲ ਪਿਆ ਨਾ ਤੇ ਮਹਾਰਾਜ ਕਹਿੰਦੇ ਤੇਰੇ ਦੁੱਖ ਤੇਲ ਦੀ ਤਰ੍ਹਾਂ ਫਿਰ ਸੜਨਗੇ। ਤੇਲ ਸੜਦਾ ਹੈ ਤੇ ਦੀਵਾ ਬਲਦਾ ਹੈ। ਉਹਦੇ ਦੁੱਖ ਵਿੱਚ ਪਾਇਆ ਤੇਲ, ਦੁੱਖਾਂ ਦਾ ਵਿੱਚ ਪਾ ਦੇ ਤੇਲ
ਉਹ ਚਾਨਣ ਦੀਵਾ ਚਾਨਣ ਉਹ ਸੋਖਿਆ ਤੇਲ ਸੁੱਕਦਾ ਜਾਏਗਾ। ਚੂਕਾ ਜੰਮ ਸਿਓ ਮੇਲ, ਕਹਿੰਦੇ ਜਮਾਂ ਨਾਲ ਜਿਹੜਾ ਮੇਲ ਹੋਣਾ ਸੀ ਉਹ ਖਤਮ ਹੋ ਜਾਏਗਾ। ਭਾਵ ਕਿ ਤੂੰ ਜੰਮਣ ਮਰਨ ਦੇ ਗੇੜ 'ਚ ਨਹੀਂ ਪਏਗਾ, ਜਮਾਂ ਦੇ ਹੱਥ ਨਹੀਂ ਆਏਗਾ, ਤੇਰੇ ਦੁੱਖ ਸਾਰੇ ਸੜ ਜਾਣਗੇ ਜੀ। ਫਿਰ ਗਿਆਨ ਦਾ ਦੀਵਾ ਲੜ ਲੜ ਕਰਕੇ ਜਗਦਾ ਰਹੇਗਾ। ਇਸ ਤਰ੍ਹਾਂ ਭਾਈ ਤੇਲ ਪਾਵਾਂਗੇ ਤੇ ਦੀਵਾ ਜਲੇਗਾ। ਕਰ ਚਾਨਣ ਸਾਹਿਬ ਤੋਂ ਮਿਲੇ, ਅੰਦਰ ਗਿਆਨ ਦਾ ਚਾਨਣ ਕਰ ਸਾਹਿਬ ਤੋਂ ਮਿਲੇ, ਰੱਬ ਤਾਂ ਮਿਲੇਗਾ। ਗਿਆਨ ਨਾਲ ਰੱਬ ਮਿਲਦਾ ਹੈ, ਗਿਆਨ ਗੁਰੂ ਤੋਂ ਮਿਲਦਾ ਹੈ, ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਮਾਤਮਾ ਮਿਲਣਾ ਹੈ। ਜਿੱਦਣ ਰੋਜ਼ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਾਣਾਏ, ਕੋਈ ਚੀਜ਼ ਅਸੀਂ ਪ੍ਰਾਪਤ ਕਰਨੀ ਸਾਨੂੰ ਚਾਨਣ ਚੋਂ ਹੀ ਮਿਲ ਸਕਦੀ ਹੈ। ਰੱਬ ਅੰਦਰ ਹੈ, ਅੰਦਰ ਗਿਆਨ ਹੋਏਗਾ ਤੇ ਰੱਬ ਮਿਲੇਗਾ। ਇੱਕ ਮਾਈ ਦੀ ਨਾ ਸੂਈ ਕਿਤੇ ਡਿੱਗ ਪਈ ਤੇ ਉਹ ਬਾਹਰ ਨਾ ਸਰਕਾਰੀ ਲਾਈਟ ਲੱਗੀ ਸੀ ਗਲੀ 'ਚ, ਉਹ ਮਾਈ ਉੱਥੇ ਸੂਈ ਲੱਭ ਰਹੀ ਹੈ ਤੇ ਇੱਕ ਨੌਜਵਾਨ ਕੋਲੋਂ ਤੁਰਿਆ ਜਾਂਦਾ ਸੀ। ਉਹ ਕਹਿੰਦਾ ਮਾਈ ਤੇਰੀ ਨਿਗਾਹ ਕਮਜ਼ੋਰ ਹੈ, ਬਜ਼ੁਰਗ ਹੈ, ਮੈਂ ਤੈਨੂੰ ਸੂਈ ਲੱਭ ਦੇਣਾ, ਤੂੰ ਰੋਕ। ਉਹ ਲੱਭਦਾ ਰਿਹਾ, ਨੌਜਵਾਨ ਸੂਈ ਲੱਭੀ ਨਹੀਂ। ਉਹ ਨੌਜਵਾਨ ਪੁੱਛ ਲੈਂਦਾ, ਕਹਿੰਦਾ ਮਾਈ ਸੂਈ ਡਿੱਗੀ ਕਿੱਥੇ ਸੀ? ਕਹਿੰਦੀ ਬੇਟਾ ਡਿੱਗੀ ਤੇ ਘਰੇ ਸੀ। ਉਹ ਨੌਜਵਾਨ ਕਹਿੰਦਾ ਫਿਰ ਮਾਈ ਇੱਥੇ? ਕਹਿੰਦੀ ਜੀ ਘਰੇ ਲਾਈਟ ਨਹੀਂ ਸੀ ਤੇ ਮੈਂ ਲਾਈਟ 'ਚ ਲੱਭ ਰਹੀ, ਇੱਥੇ ਹੀ ਲਾਈਟ ਹੈ, ਘਰੇ ਦੀਵਾ ਨਹੀਂ ਚੱਲਦਾ। ਸੂਈ ਕਿਤੇ ਡਿੱਗੀ ਹੈ, ਲਾਈਟ ਕਿਤੇ ਹੈ, ਲੱਭੇਗੀ ਕਿਵੇਂ? ਜੇ ਜਿੱਥੇ ਅੰਦਰ ਰੱਬ ਬੈਠਾ ਹੈ, ਗਿਆਨ ਦਾ ਦੀਵਾ ਜਗ ਗਿਆ ਤੇ ਅੰਦਰ ਰੱਬ ਫਿਰ ਪ੍ਰਾਪਤ ਹੋਏਗਾ। ਰੱਬ ਅੰਦਰ ਹੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਰੱਬ ਕਿਤੇ ਹੋਰ ਹੈ, ਲੱਭ ਅਸੀਂ ਕਿਤੇ ਹੋਰ ਰਹੇ ਹੈ, ਫਿਰ ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਹਾਰਾਜ ਕਹਿੰਦੇ ਇਤ ਤਨ ਲਾਗੇ ਬਾਣੀਆਂ। ਜੇ ਤਨ ਸਾਡਾ ਪੋਥੀ ਪ੍ਰਾਣ ਕਮਾਈਏ ਵਾਲੀ ਬਿਰਤੀ 'ਚ ਆ ਗਿਆ ਨਾ, ਤੇ ਬਾਣੀ ਨਾਲ ਜੁੜ ਗਿਆ, ਵੀ ਸੱਚ ਨਾਲ ਜੁੜ ਗਿਆ, ਜਿੱਦਣ ਫਿਰ ਸੇਵਾ ਕਮਾਉਂਦਿਆਂ ਸੁੱਖ ਹੋਏਗਾ। ਸੇਵਾ ਧਾਰਮਿਕ ਕਰਮ ਕਰਨੇ, ਬਾਣੀ ਪੜ੍ਹਨੀ, ਸਿਮਰਨ ਕਰਨੇ ਵੀ ਵੱਡੀ ਸੇਵਾ ਹੈ। ਤੇ ਮਹਾਰਾਜ ਕਹਿੰਦੇ ਫਿਰ ਸੁੱਖ ਹੋਏਗਾ ਜਿੱਦਣ ਸੇਵਾ ਦੀ ਕਮਾਈ ਕਰਾਂਗੇ। ਸਭ ਦੁਨੀਆ ਆਵਣ ਜਾਣੀਆ, ਇਹ ਸਾਰੀ ਦੁਨੀਆ ਤੇ ਆਉਣ ਜਾਣ ਵਾਲੀ ਹੈ। ਕੋਈ ਆ ਗਿਆ, ਕੋਈ ਜਾ ਰਿਹਾ ਦੁਨੀਆ ਦੇ ਅੰਦਰ। ਕਿਸੇ ਦਾ ਜਨਮ ਇਸ ਸਕਿੰਟ 'ਚ ਹੋ ਰਿਹਾ ਤੇ ਕਿਸੇ ਦੀ ਮੌਤ ਵੀ ਹੋ ਰਹੀ ਹੈ। ਸਭ ਦੁਨੀਆ ਆਪਣੀ ਦੁਨੀਆ ਆਈ ਹੈ ਤੇ ਚਲੇ ਜਾਣਾ। ਕੋਈ ਆ ਰਿਹਾ ਭਾਈ, ਕੋਈ ਜਾ ਰਿਹਾ ਹੈ। ਦੁਨੀਆ ਸੇਵਕ ਪਾਈ ਹੈ। ਹਾਂ, ਦੁਨੀਆ ਦੇ ਵਿੱਚ ਰਹਿੰਦੇ ਆ ਭਾਈ, ਤੇ ਚੰਗੇ ਕਰਮ ਕਰੀਏ, ਗੁਰੂ ਤੇ ਰੱਬ ਦੀ ਸੇਵਾ ਕਰੀਏ ਤਾਂ ਦਰਗਾਹ ਬੈਸਣ ਪਾਈ ਹੈ। ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਤਾਂ ਬੈਠਣ ਦੀ ਜਗ੍ਹਾ ਮਿਲੇਗੀ ਜੇ ਜੀਵਨ 'ਚ ਸੱਚ ਹੈ, ਗੁਰੂ ਦੀ ਸੇਵਾ ਹੈ, ਰੱਬ ਦੀ ਬੰਦਗੀ ਹੈ। ਤੇ ਮਹਾਰਾਜ ਕਹਿੰਦੇ ਆ ਫਿਰ ਤਾਂ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਵ। ਫਿਰ ਦਰਗਾਹ ਦੇ ਵਿੱਚ ਮਾਣ ਸਤਿਕਾਰ ਮਿਲਦਾ ਹੈ। ਜਿਹੜਾ ਜੀਵਨ ਸੁਚੱਜਾ ਹੈ ਨਾ, ਉਹ ਬਾਂਹ ਨੂੰ ਡਾ ਕੇ ਤੁਰਦਾ ਹੈ। ਫਿਰ ਬਾਹਾਂ ਉਲਾਦ ਕੇ ਰੱਬ ਦੇ ਘਰ ਜਾ ਕੇ ਵੀ, ਕਿਉਂਕਿ ਉਹਨੂੰ ਡਰ ਕੋਈ ਨਹੀਂ ਨਾ, ਉਹਨੇ ਜੀਵਨ ਸੱਚਾ ਤੇ ਸੁੱਚਾ ਜੋ ਹੋਇਆ ਹੈ, ਤੇ ਉਹਨੇ ਇੱਥੇ ਸੇਵਾ ਕੀਤੀ ਹੈ ਤੇ ਰੱਬ ਦੀ ਜਗ੍ਹਾ, ਰੱਬ ਦੇ ਘਰ ਨੂੰ ਜਗ੍ਹਾ ਮਿਲਣੀ ਹੈ। ਇਸ ਗੱਲ ਦਾ ਉਹਨੂੰ ਪਤਾ ਹੈ। ਤੇ ਫਿਰ ਉਹ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀਤ। ਉਹ ਇੱਥੇ ਰਹਿ ਕੇ ਸੇਵਾ ਕਰਦੇ, ਰੱਬ ਦੇ ਘਰ ਨੂੰ ਪ੍ਰਵਾਨਗੀ ਮਿਲਦੀ ਹੈ ਤੇ ਸਦਾ ਵਾਸਤੇ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਜਾਂਦੇ ਨੇ। ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਸੀ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ